श्री नानक अंगद गुरु अमरदास पद बंद रामदास अर्जन गुरु बर श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरविंद जिसमें है अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन को वंदना सिर चरणन पर एक अंकारा सतगुरु तेह प्रसाद सच वाहिगुरु जी की फतेह विघ्न विनाशन सो एक अंकारा सतगुरु तेह प्रसाद वाहिगुरु जी की फतेह विघ्न विनाशन सोय। सतनाम श्री वाहिगुरु साहिब जी। दोहरा इस प्रकार सतगुरु के हेर चरित विसमाए सहे कसौटी सिख को में मुख होए जाए। इस प्रकार सतगुरु के वाहिगुरु जी का खालसा वाहिगुरु जी की फतेह। पतित पावन भगत वत्सल कृपा निधान जुगो जुग अटल चवर छत्र तख्त मालक प्रगट गुरां की देह प्रताख हार धन धन सतगुरु श्री गुरु ग्रंथ साहिब महाराज जी परम पवित्र सत संगत हजूरी दे अंदर नावे पातशाह शहीद सतगुरु धर्म रखियक डुबदे बेड़े बन्ने लाउण हारे श्री गुरु तेग बहादुर साहिब महाराज जी दे महान पावन पवित्र भजन बंदगी तप अस्थान गुरुद्वारा श्री भोरा साहिब जी पातशाही नौवीं विखे दिन के चौथे पैर के समय के सजे हुए दीवाना हाजरियां भर के दर्शन दीदार करके लाहा प्राप्त कर रहे गुरु प्यारी खालसा साध संगत जी चिट्टियां बाजां वाले पंथ दे मालक सरबंस दानी अमृत के दाते गुरु गोबिंद सिंह साहिब जी महाराज जी के जीवन की कथा आप संगतां श्रवण कर रहे हो। बीते कल दे रोज आप जी ने प्रसंग श्रवण किया है कि गुरु गोबिंद सिंह साहिब महाराज ने एक लीला की जिथे बैठते सन सतगुरु उत्थे पिछे कच्ची कंध सी एक सिख रोज उहदा लेपन करदा हुंदा। एक दिन चिट्टे बस्त्र पा के महाराज आए वो भाई कान सिंह लेपनी लेट हो गया देर दे नाल आया अपने समय ते डरदे डरदे कंध कीती पर फिर भी छिट्टे महाराज दे चोले ते पै गए। साहब कहंदे भी कोई उठ के दे एक चपेड़ मारो सारे अपनियां बाहां जियां टंग के शेर बन गए। कहंदे मौका मिलिया 20-25 ਸਿੰਘਾਂ ने बहुत कुटिया बेहोश हो गया। गुरु साहब कहते भी माड़ा किया
ਤੁਹਾਨੂੰ ਕਿਹਾ ਸੀ ਵੀ ਇੱਕ ਜਣਾ ਉੱਠ ਕੇ ਇੱਕ ਚਪੇੜ ਮਾਰੋ, ਉਹ ਵੀ ਤੁਹਾਨੂੰ ਲੱਕ ਤੇ ਜਾਂ ਕਿਸੇ ਸਰੀਰ ਦੇ ਹਿੱਸੇ ਤੇ ਮਾਰਨੀ ਚਾਹੀਦੀ ਸੀ। ਤੁਸੀਂ ਉਹਦੇ ਕੇਸਾਂ ਦੀ ਬੇਅਦਬੀ ਕੀਤੀ, ਮੂੰਹ ਤੇ ਦਾੜੇ ਤੇ ਚਪੇੜਾਂ ਮਾਰੀਆਂ। ਇਹ ਤੁਸੀਂ ਪਾਪ ਕੀਤਾ। ਇਹ ਬਾਣਾ ਗੁਰੂ ਦਾ ਹੈ ਤੇ ਬੇਅਦਬੀ ਤੁਸੀਂ ਗੁਰੂ ਦੇ ਬਾਣੇ ਦੀ ਕੀਤੀ ਹੈ। ਹੁਣ ਇੱਦਾਂ ਕਰੋ ਵੀ ਵਧੀਕੀ ਤੁਸੀਂ ਕਰ ਲਈ ਹੈ, ਇਸ ਸਿੱਖ ਨੂੰ ਕੋਈ ਆਪਣੀ ਬੱਚੀ ਦਾ ਰਿਸ਼ਤਾ ਦਿਓ। ਮਹਾਰਾਜ ਦਾ ਬਚਨ ਸੁਣ ਕੇ ਦੰਦਲਾਂ ਪੈ ਗਈਆਂ ਸਾਰਿਆਂ ਨੂੰ, ਕੋਈ ਵੀ ਨਾ ਉੱਠਿਆ। ਸਾਹਿਬ ਕਹਿੰਦੇ ਵੀ ਜਿਵੇਂ ਪਹਿਲਾ ਬਚਨ ਗੁਰੂ ਦਾ ਸੀ ਵੀ ਇਹਨੂੰ ਕੁੱਟੋ ਫੜ ਕੇ, ਇਵੇਂ ਇਹ ਵੀ ਤੇ ਬਚਨ ਤੁਹਾਡੇ ਗੁਰੂ ਦਾ ਹੀ ਹੈ ਨਾ ਵੀ ਇਹਨੂੰ ਧੀ ਦਾ ਰਿਸ਼ਤਾ ਦਿਓ ਕੋਈ। ਹੁਣ ਕਿਉਂ ਨਹੀਂ ਉੱਠਦੇ? ਮਹਾਰਾਜ ਸਾਹਿਬ ਜੀ ਦਾ ਬਚਨ ਸੁਣ ਕੇ ਭਾਈ ਅਜਬ ਸਿੰਘ ਕੰਧਾਰ ਦਾ ਉੱਠਿਆ। ਇਹਨੇ ਆਪਣੀ ਬੱਚੀ ਮਹਾਰਾਜ ਦੇ ਹਾਜ਼ਰ ਕੀਤੀ। ਸਤਿਗੁਰੂ ਇਹ ਤੁਹਾਡੀ ਧੀ ਹੈ, ਜਿਹਦੇ ਮਰਜ਼ੀ ਲੜ ਲਾਓ। ਗਰੀਬ ਨਵਾਜ਼ ਸਤਿਗੁਰੂ ਮਹਾਰਾਜ ਦਾ ਇਹ ਕੌਤਕ ਵੇਖ ਕੇ ਉਹ ਸਿੱਖ ਕਹਿੰਦਾ, ਪਾਤਸ਼ਾਹ ਮੈਂ ਤਾਂ ਇਹ ਸੇਵਾ ਕਰਦੀ ਹੈ, ਇਹਨੂੰ ਭੈਣ ਦੇ ਸਮਾਨ ਜਾਣਿਆ, ਕਦੀ ਇਸ ਨਿਗਾਹ ਨਾਲ ਵੇਖਿਆ ਨਹੀਂ। ਸਤਿਗੁਰੂ ਕਹਿੰਦੇ ਸਾਡਾ ਬਚਨ ਮੰਨ, ਤੇਰੀ ਬੰਸ ਬਹੁਤ ਵਧੇਗੀ, ਬੜੀ ਨੇਕ ਇਸਤਰੀ ਹੈ, ਨੇਕ ਬੱਚੀ ਹੈ, ਤੇਰੀਆਂ ਕੁਲਾਂ ਤਰ ਜਾਣਗੀਆਂ। ਸਾਹਿਬਾਂ ਦਾ ਬਚਨ ਮੰਨ ਕੇ ਆਨੰਦ ਕਾਰਜ ਕੀਤਾ। ਭਾਈ ਕਾਹਨ ਸਿੰਘ ਨੇ ਭਾਈ ਅਜਬ ਸਿੰਘ ਕੰਧਾਰੀ ਨੂੰ ਕਹਿੰਦੇ ਤੇਰੇ ਤੇ ਬਹੁਤ ਖੁਸ਼ ਹੈ, ਤੂੰ ਸਿੱਖੀ ਰੱਖ ਲਈ ਹੈ, ਸਿੱਖਾ ਤੂੰ ਨਿਹਾਲ ਹੋ ਗਿਆ ਹੈ। ਇਵੇਂ ਮਹਾਰਾਜ ਦੇ ਹੁਕਮ ਦੇ ਨਾਲ ਭਾਈ ਕਾਹਨ ਸਿੰਘ ਦਾ ਉਸ ਲੜਕੀ ਦੇ ਨਾਲ ਆਨੰਦ ਕਾਰਜ ਹੋਇਆ। ਗਰੀਬ ਨਵਾਜ਼ ਸਤਿਗੁਰੂ ਦੀ ਕਿਰਪਾ ਨਾਲ 5 ਪੁੱਤਰ ਦੇ ਘਰ ਦੇ ਵਿੱਚ ਖੇਡੇ ਤੇ ਮਹਾਰਾਜ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ। ਤੇ ਸਾਹਿਬਾਂ ਦੀ ਕਥਾ ਦਾ ਮਹਾਤਮ ਹੀ ਕਵੀ ਜੀ ਨੇ ਦੱਸਿਆ ਵੀ ਜੋ ਇਹ ਕਥਾ ਸੁਣੇ ਅਰ ਗਾਵੈ, ਦੁੱਖ ਪਾਪ ਦਾ ਨਿਕਟ ਨਾ ਆਵੈ। ਜਿਵੇਂ ਕਲਗੀਧਰ ਜੀ ਦਾ ਬਚਨ ਹੈ ਕਿ ਜਿਹੜਾ ਕਥਾ ਕਹਿੰਦਾ ਸੁਣਦਾ ਹੈ ਉਹ ਵੀ ਨਿਹਾਲ ਹੋ ਜਾਂਦਾ ਹੈ। ਇਹ ਪ੍ਰਸੰਗ ਆਪਾਂ ਕੱਲ ਸਰਵਣ ਕੀਤੇ ਨੇ। ਆਓ ਜਿਵੇਂ ਅੱਗੇ ਮਹਾਰਾਜ ਸਾਹਿਬ ਜੀ ਦੇ ਹੋਰ ਕੌਤਕਾਂ ਦੀ ਕਥਾ ਆ ਰਹੀ ਹੈ, ਸਾਹਿਬਾਂ ਦੀ ਲੀਲਾ ਦੇ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਹਾਜ਼ਰੀ ਲਵਾਈਏ, ਰਸਨਾ ਕਰੋ ਪਵਿੱਤਰ ਸਾਰੀ ਸੰਗਤ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸਤਿਗੁਰੂ ਕੇ। ਇਸ ਤਰ੍ਹਾਂ ਕਹਿੰਦੇ ਵੀ ਜੋ ਸਤਿਗੁਰੂ ਕਲਗੀਧਰ ਮਹਾਰਾਜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਨੰਦ ਵਰਤਾ ਰਹੇ ਹਨ। ਜਿਹੜੇ ਮਹਾਰਾਜ ਸਾਹਿਬ ਜੀ ਦੇ ਐਸੇ ਚਰਿੱਤਰ ਨੇ, ਜਿਵੇਂ ਪਹਿਲਾਂ ਆਪ ਹੀ ਮਹਾਰਾਜ ਜੀ ਨੇ ਸਿੱਖ ਦੇ ਮਾਰ ਪਵਾਤੀ ਤੇ ਸਤਿਗੁਰੂ ਨੇ ਵੇਖਿਆ ਵੀ ਇਹ ਤਾਂ ਸਾਡੀ ਗੱਲ ਜਿਹੜੀ ਅਸੀਂ ਕਹੀਏ ਤੋਂ ਵੱਧ ਜਾ ਕੇ ਇਹਨਾਂ ਨੇ ਅਸਰ ਕਰ ਦਿੱਤਾ। ਫਿਰ ਮਹਾਰਾਜ ਨੇ ਕਿਹਾ ਵੀ ਸਾਡਾ ਸਿੰਘ ਇਹ ਵਿਆਹੁਣ ਵਾਲਾ ਹੈ, ਵੀ ਇਹ ਵੀ ਤਾਂ ਗੁਰੂ ਦਾ ਸਿੱਖ ਹੈ, ਤੁਸੀਂ ਇਹਨੂੰ ਇੰਨਾ ਮਾਰਿਆ, ਇਹਨੂੰ ਰਿਸ਼ਤਾ ਕਰੋ ਆਪਣੀ ਬੱਚੀ ਦਾ ਕੋਈ। ਹੁਣ ਇਹਨੂੰ ਖੁਸ਼ ਕਰੋ, ਇਹਦੇ ਨਾਲ ਵਧੀਕੀ ਹੋ ਗਈ ਹੈ, ਐਡਾ ਦਾ ਅਪਰਾਧ ਨਹੀਂ ਸੀ ਜਿੰਨੀ ਇਹਨੂੰ ਸਜ਼ਾ ਮਿਲ ਗਈ। ਫਿਰ ਸਾਰੇ ਹੈਰਾਨ ਹੋਏ ਤੇ ਭਾਈ ਅਜਬ ਸਿੰਘ ਨੇ ਜਿਵੇਂ ਬੱਚੀ ਦਾ ਰਿਸ਼ਤਾ ਕੀਤਾ, ਇੱਦਾਂ ਦੇ ਹੋਰ ਵੀ ਮਹਾਰਾਜ ਬੜੇ ਚਰਿੱਤਰ ਕੌਤਕ ਕਰ ਰਹੇ ਨੇ। ਵੇਖ ਵੇਖ ਕੇ ਸਿੱਖ ਬਿਸਮਾਤ ਵਿੱਚ ਜਾ ਰਹੇ, ਹੈਰਾਨ ਹੋ ਰਹੇ ਹਨ। ਮਹਾਰਾਜ ਕਸਵੱਟੀ ਲਾਉਂਦੇ ਨੇ, ਪਰਖ ਕਰਦੇ ਨੇ ਸਿੱਖਾਂ ਦੀ। ਤੇ ਜਦੋਂ ਪਾਤਸ਼ਾਹ ਜੀ ਪਰਖ ਕਰਦੇ ਨੇ ਮਹਾਰਾਜ ਜੀ ਦੀ ਜਿਹੜੀ ਕਸਵੱਟੀ ਹੈ, ਕਹਿੰਦੇ ਕੋਈ ਸਿੱਖ ਤਾਂ ਉਹਨੂੰ ਸਹਾਰ ਲੈਂਦਾ, ਭਾਈ ਅਜਬ ਸਿੰਘ ਵਰਗਾ, ਜਿਵੇਂ ਉਹਨੇ ਮਹਾਰਾਜ ਦੀ ਕਸਵੱਟੀ ਸਹਾਰੀ ਹੈ। ਕੋ ਬੇਮੁਖ ਹੋਏ ਜਾਏ। ਤੇ ਕਹਿੰਦੇ ਕੋਈ ਜਿਹੜਾ ਹੈ ਉਹ ਮਹਾਰਾਜ ਦੀ ਕਸਵੱਟੀ ਨਾ ਝੱਲਦਾ ਹੋਇਆ ਉਹ ਬੇਮੁਖ ਹੋ ਜਾਂਦਾ ਹੈ, ਉਹ ਕਿੰਤੂ ਕਰਦਾ। ਕਹਿੰਦਾ ਮਹਾਰਾਜ ਇਹ ਕੀ ਕਰਨ ਲੱਗ ਪਏ? ਸਤਿਗੁਰੂ ਸਾਹਿਬ ਇੱਦਾਂ ਕਿਉਂ ਕਰਦੇ ਹੈ? ਉਹ ਗੁਰੂ ਤੇ ਕਿੰਤੂ ਪਰੰਤੂ ਕਰਨ ਲੱਗ ਪੈਂਦਾ ਹੈ। ਮਹਾਰਾਜ ਦਾ ਬਚਨ ਹੈ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਜਿਹਨੇ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ ਉਹ ਕਸਵੱਟੀ ਚੱਲ ਸਕਦਾ ਹੈ। ਜਿਹਦੇ ਹਾਲਾਂ ਮਨ ਵਿੱਚ ਖਿਆਲ ਹੈ ਵੀ ਮੈਂ, ਮੇਰੀ, ਮੇਰਾ, ਉਹ ਨਹੀਂ ਕਸਵੱਟੀ ਚੱਲ ਸਕਦਾ। ਇਵੇਂ ਮਹਾਰਾਜ ਪਰਖਾਂ ਕਰਦੇ ਨੇ ਸਿੱਖਾਂ ਦੀਆਂ, ਤੇ ਕੋਈ ਸਿੱਖ ਜਿਹੜਾ ਹੈ ਸਫਲ ਹੋ ਜਾਂਦਾ ਹੈ ਤੇ ਬਹੁਤੇ ਬੇਮੁਖ ਹੋ ਜਾਂਦੇ ਹਨ। ਨਿਸ਼ਾਨੀ ਸੰਦ
ਉਗਰ ਤੇਜ ਮੁਖ ਕਰ ਨਿਪੈ। ਪਾਤਸ਼ਾਹ ਜੀ ਨੇ ਇੱਕ ਹੋਰ ਖੇਡ ਵਰਤਾਈ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਕੌਤਕ ਕੀਤਾ ਸੀ ਵੀ ਇੱਕਦਮ ਹੀ ਮਹਾਰਾਜ ਚੁੱਪ ਹੀ ਹੋ ਗਏ। ਜੇ ਸਤਿਗੁਰਾਂ ਨੇ ਮੰਜੇ ਤੇ ਬਰਾਜਣਾ ਤਾਂ ਚਾਦਰ ਲੈ ਕੇ ਬਰਾਜੇ ਰਹਿਣਾ, ਜੇ ਸਾਹਿਬਾਂ ਨੇ ਬਾਹਰ ਜਾ ਕੇ ਬੈਠਣਾ ਤੇ ਚੁੱਪ ਕਰਕੇ ਬੈਠੇ ਰਹਿਣਾ, ਕੁਝ ਛਕਣਾ ਨਾ, ਕੁਝ ਬੋਲਣਾ ਨਾ। ਜਿਹਨੂੰ ਵੇਖ ਕੇ ਮਾਤਾ ਸੁਲੱਖਣੀ ਜੀ ਨੂੰ, ਵਾਹਿਗੁਰੂ ਮਾਤਾ ਤ੍ਰਿਪਤਾ ਜੀ ਨੂੰ ਚਿੰਤਾ ਹੋ ਆਈ ਸੀ ਵੀ ਮੇਰੇ ਪੁੱਤਰ ਨੂੰ ਇਹ ਕੀ ਹੋ ਗਿਆ। ਵੈਦ ਵੀ ਬੁਲਾਇਆ ਸੀ, ਨਬਜ਼ ਫੜਨ ਲੱਗਾ। ਮਹਾਰਾਜ ਕਹਿੰਦੇ ਵੈਦਾ ਕੀ ਲੱਭਦਾ ਹੈ, ਜਿਹੜੀ ਚੀਜ਼ ਤੂੰ ਨਬਜ਼ ਵਿੱਚੋਂ ਲੱਭਦਾ ਉਹ ਤੈਨੂੰ ਲੱਭਣੀ ਨਹੀਂ ਹੈ। ਕਰਕ ਕਰੇਜੇ ਮਾਹੇ, ਉਹ ਪੀੜਾ ਤਾਂ ਸਾਡੇ ਦਿਲ ਵਿੱਚ ਹੈ, ਉਹ ਤਾਂ ਸਾਡੇ ਹਿਰਦੇ ਦੇ ਵਿੱਚ ਵੇਦਨਾ ਹੈ। ਤੂੰ ਕੀ ਜਾਣਦਾ ਹੈ, ਤੂੰ ਕੀ ਲੱਭ ਸਕਦਾ ਹੈ। ਉੱਦਾਂ ਦੀ ਹੀ ਮਹਾਰਾਜ ਨੇ ਕੋਈ ਹਾਲਤ ਬਣਾਈ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੀ ਹਾਲਤ ਬਣਾਈ ਸੀ, ਜਿਹਨੂੰ ਵੇਖ ਕੇ ਕਈ ਭਰਮ ਗਏ ਸੀ, ਮਾਤਾ ਵੀ ਭਰਮ ਗਈ ਸੀ। ਉਗਰ ਤੇਜ, ਉਗਰ ਤੋਂ ਭਾਵ ਹੁੰਦਾ ਵੀ ਮਹਾਰਾਜ ਦਾ ਜਿਹੜਾ ਤੇਜ ਪ੍ਰਤਾਪ ਹੈ ਬੜਾ ਤੇਜਸਵੀ ਹੈ, ਬੜਾ ਤੇਜਸਵੀ ਮਹਾਰਾਜ ਸਾਹਿਬ ਜੀ ਦਾ ਉਗਰ ਤੇਜ ਮੁਖ ਪਰ ਦਿਖਦਾ ਹੈ। ਤੇਜਸਵੀ ਪ੍ਰਕਾਸ਼ ਮਹਾਰਾਜ ਦੇ ਮੁਖ ਤੇ ਦਿਖ ਰਿਹਾ ਹੈ। ਚਿਹਰਾ ਲਾਲੋ ਲਾਲ ਹੈ, ਨੇਤਰਾਂ 'ਚ ਲਾਲੀ ਹੈ, ਪੌਹਾਂ ਚੜੀਆਂ ਹੋਈਆਂ ਹਨ। ਚਿਤ ਉਗਰ ਸੁਭਾਉ, ਤੇ ਚਿੱਤ ਦਾ ਸੁਭਾਅ ਵੀ ਮਹਾਰਾਜ ਦਾ ਬੜਾ ਤੇਜਸਵੀ ਹੈ। ਮਹਾਰਾਜ ਸਾਹਿਬ ਜੀ ਬੜੇ ਉਗਰ ਕੀ ਵੀਰ ਰਸ ਦੇ ਵਿੱਚ ਆਏ ਹੋਏ ਹਨ। ਉਗਰ ਬੋਲਵੋ ਰਸ ਭਰਿਓ, ਤੇ ਜਦੋਂ ਕੋਈ ਭਜਨ ਕਰਦੇ ਨੇ ਕਹਿੰਦੇ ਉਦੋਂ ਵੀ ਉਗਰ ਬੜੇ ਤੇਜ ਵਾਲੇ ਭਜਨ ਕਰਦੇ, ਐਸੇ ਭਜਨ ਕਰਦੇ ਜਿਹੜੇ ਕੱਚੇ ਪਿਲਿਆਂ ਕੋਲ ਸਹਾਰੇ ਨਹੀਂ ਜਾਂਦੇ। ਜਦੋਂ ਸਤਿਗੁਰੂ ਮਹਾਰਾਜ ਬੋਲਦੇ ਨੇ ਬੋਲਵੋ ਰਸ ਭਰਿਓ, ਵੀਰ ਰਸ ਦੇ ਨਾਲ ਭਰੇ ਹੋਏ ਸਿੱਖਾਂ ਦੀ ਪਰਖ ਕਰਨ ਵਾਸਤੇ ਬੋਲਦੇ ਹਨ। ਵੀਰ ਰਸੀ ਤੇ ਮਹਾਰਾਜ ਪਹਿਲਾਂ ਵੀ ਸਨ, ਪਰ ਜਦੋਂ ਦਾ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਉਦੋਂ ਦਾ ਮਹਾਰਾਜ ਸਾਹਿਬ ਦੇ ਚਿਹਰੇ ਦਾ ਜਾਹੋ ਜਲਾਲ ਅੱਗੇ ਨਾਲੋਂ ਵੀ ਦੂਣਾ ਚੌਣਾ ਹੋ ਗਿਆ। ਹਰ ਸਮੇਂ ਤੇਜਸਵੀ ਸੁਭਾਅ, ਵੀਰ ਰਸ ਵਿਚਾਰ ਕਰਦੇ ਨੇ, ਵੇਖਣ ਨੂੰ ਵੀਰ ਰਸੀ ਲੱਗਦੇ ਨੇ। ਜਦੋਂ ਬੋਲਦੇ ਹਨ ਉਦੋਂ ਵੀ ਵੀਰ ਰਸ ਦੇ ਨਾਲ ਭਰੇ ਹੋਏ। ਸਾਰੀਆਂ ਸੰਗਤਾਂ ਨੂੰ ਸੰਬੋਧਨ ਕਰਕੇ ਮਹਾਰਾਜ ਵੀਰ ਰਸ ਦੇ ਬਚਨ ਸੁਣਾਉਂਦੇ ਨੇ। ਕਲਗੀਧਰ ਫਿਰ ਬੋਲਦੇ ਨੇ, ਜਦੋਂ ਮਹਾਰਾਜ ਸਾਹਿਬ ਵਾਧੂ ਨਹੀਂ ਬੋਲਦੇ, ਹੌਲਾ ਨਹੀਂ ਬੋਲਦੇ। ਜਿਹਦੇ ਕਈਆਂ ਨੂੰ ਆਦਤ ਹੁੰਦੀ ਵੀ ਬਿਨਾਂ ਮਤਲਬ ਤੋਂ ਐਵੇਂ ਵਾਧੂ ਬੋਲੀ ਜਾਂਦੇ ਹਨ। ਕਹਿੰਦੇ ਆਛਾ ਅਤ ਗੰਭੀਰ ਜਿਨ, ਜਿਸ ਗੁਰੂ ਕਲਗੀਧਰ ਮਹਾਰਾਜ ਦੇ ਬੋਲਣ ਦਾ ਕਹਿਣ ਦੇ ਪਿੱਛੇ ਜਿਹੜਾ ਆਸ਼ਾ ਹੈ ਨਾ, ਜਿਹੜਾ ਪ੍ਰਯੋਜਨ ਹੈ, ਉਹ ਕਹਿੰਦੇ ਵੀ ਬਹੁਤ ਹੀ ਗੰਭੀਰ ਹੈ। ਭਾਵ ਕਿ ਸਤਿਗੁਰੂ ਸਾਹਿਬ ਬੜੇ ਡੂੰਘਾਈ ਦੇ ਬਚਨ ਬੋਲਦੇ ਹਨ। ਜਦੋਂ ਬੋਲਦੇ ਹਨ ਤਾਂ ਕੋਈ ਗੁੱਝੀ ਰਮਜ ਦਾ ਬਚਨ ਬੋਲਦੇ ਹਨ। ਤੇ ਦਿਲ ਦੇ ਵਿੱਚ ਮਹਾਰਾਜ ਸਾਹਿਬ ਦੇ ਬੜੀ ਧੀਰਜ ਹੈ। ਧੀਰਜ ਦੇ ਸਹਿਦਨ ਪਾਤਸ਼ਾਹ ਤੇ ਪ੍ਰਬੀਨ ਹੁੰਦਾ ਵੀ ਸਿਆਣੇ ਬਹੁਤ ਨੇ ਮਹਾਰਾਜ, ਬੜੇ ਪ੍ਰਬੀਨ, ਬੜੇ ਚਤੁਰ ਬ੍ਰਹਮ ਗਿਆਨੀ ਹਨ, ਚਟਿਆਂ ਬਾਜਾਂ ਵਾਲੇ। ਇਸ ਤਰ੍ਹਾਂ ਦਾ ਮਹਾਰਾਜ ਸਾਹਿਬ ਜੀ ਨੇ ਕੌਤਕ ਕੀਤਾ ਵੀ ਹੁਣ ਹਰ ਰੋਜ਼ ਵੀਰ ਰਾਸੀ ਪ੍ਰਕਾਸ਼ਿਆ ਰਹਿੰਦਾ ਹੈ। ਸਿੰਘਾਂ ਨੂੰ ਝਿੜਕ ਵੀ ਦਿੰਦੇ ਨੇ ਮਹਾਰਾਜ, ਉਹਨਾਂ ਨੂੰ ਪਰਖਣ ਦੇ ਲਈ ਵੀ ਭਲਾ ਇਹ ਸਾਡੇ ਬਾਰੇ ਕੀ ਸੋਚਦੇ ਨੇ। ਮਹਾਰਾਜ ਸਾਹਿਬ ਸਿੰਘਾਂ ਨੂੰ ਝਿੜਕ ਦਿੰਦੇ ਹਨ, ਵੀਰ ਰਸ ਦੇ ਨਾਲ ਬੋਲਦੇ ਹਨ। ਜਾਂ ਮਾਨੋ ਵੀ ਏਦਾਂ ਦੀ ਖੇਡ ਹੈ ਵੀ ਵੀਰ ਰਸ ਨੇ ਹੀ ਸਰੀਰ ਧਾਰ ਲਿਆ ਹੋਵੇ, ਆ ਕੇ ਵੀਰ ਰਸ ਨੇ ਜਨਮ ਲਿਆ ਹੋਵੇ। ਏਦਾਂ ਮਹਾਰਾਜ ਸਾਹਿਬ ਵੀਰ ਰਸ ਵਿੱਚ ਨੇ। ਤੇ ਕਦੀ ਕਦੀ ਮਹਾਰਾਜ ਚੁੱਪ ਹੀ ਕੀਤੇ ਰਹਿੰਦੇ ਨੇ, ਬੁਲਾਇਆ ਵੀ ਕਿਸੇ ਦੇ ਬੋਲਦੇ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਨੇ ਖੇਡ ਵਰਤਾਈ ਸੀ, ਕਬਹੁ ਮੌਨ ਹੀ ਕਰ ਹੈ, ਕਦੀ ਮਹਾਰਾਜ ਚੁੱਪ ਹੀ ਕੀਤੇ ਰਹਿੰਦੇ ਹਨ। ਤੇ ਕਦੀ ਕਦੀ ਜੇ ਬੋਲਦੇ ਨੇ ਮਹਾਰਾਜ ਬੜੇ ਕਾਹਲੀ ਦੇ ਬਚਨ ਕਰ ਜਾਂਦੇ, ਸਿੰਘਾਂ ਦੀ ਪਰਖ ਕਰਦੇ ਆ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਹਿਬ ਜੀ ਕੀ ਬੋਲ ਰਹੇ ਨੇ। ਪਰ ਜਿੱਦਾਂ ਦੇ ਵੀ ਬਚਨ ਮਹਾਰਾਜ ਦੇ ਮੁਖ ਦੇ ਵਿੱਚੋਂ ਨਿਕਲਦੇ ਆ, ਜਿਹੜਾ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਖੋਂ ਕਰ ਦਿੰਦੇ ਹਨ, ਕਹਿੰਦੇ ਉਹ ਬਚਨ ਝਾਟੀ ਪੂਰਾ ਹੋ ਜਾਂਦਾ। ਜਿਵੇਂ ਚੱਲੀ ਹੋਈ ਕਿਰਪਾਨ ਸਰੀਰ ਦੇ ਦੋ ਹਿੱਸੇ ਕਰ ਦਿੰਦੀ ਹੈ,
ਐਵੇਂ ਮਹਾਰਾਜ ਸਾਹਿਬ ਜੀ ਦੇ ਮੁਖੋਂ ਨਿਕਲਿਆ ਹੋਇਆ ਬਚਨ ਖਾਲੀ ਨਹੀਂ ਜਾਂਦਾ। ਜਿਹੜਾ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਖੋਂ ਕਰ ਦਿੰਦੇ ਹਨ, ਬੜੀ ਛੇਤੀ ਦੇ ਨਾਲ ਉਹ ਪੂਰਾ ਹੋ ਜਾਂਦਾ ਏ। ਤੇ ਜਿਹੜੇ ਸਿੱਖ ਮਹਾਰਾਜ ਦੇ ਹਜ਼ੂਰੀ 'ਚ ਸੇਵਾ ਕਰਦੇ ਨੇ ਨਾ, ਉਹ ਹਰ ਸਮੇਂ ਡਰਦੇ ਰਹਿੰਦੇ ਹਨ। ਜਿਹੜੇ ਮਹਾਰਾਜ ਸਾਹਿਬ ਦੇ ਹਜ਼ੂਰ ਰਹਿ ਕੇ ਕੋਈ ਕਾਰ ਚਲਾਉਂਦੇ, ਕੋਈ ਕੰਮ ਕਰਦੇ, ਕੋਈ ਸੇਵਾ ਕਰਦੇ, ਉਹ ਡਰਦੇ ਨੇ ਵੀ ਮਹਾਰਾਜ ਨੇ ਜੋ ਮੁਖੋਂ ਬਚਨ ਬੋਲ ਦਿੱਤਾ ਉਹ ਟਲਣਾ ਨਹੀਂ ਹੈ, ਫਿਰ ਉਹ ਹੋ ਕੇ ਰਹਿਣਾ ਹੈ। ਸੇਵਾ ਕਰਦਿਆਂ ਡਰਦੇ ਨੇ ਵੀ ਅਸੀਂ ਕੁਝ ਗਲਤੀ ਨਾ ਕਰ ਬਈਏ, ਕੋਈ ਅਸੀਂ ਮਹਾਰਾਜ ਸਾਹਿਬ ਦੇ ਮਰਿਆਦਾ ਤੋਂ ਉਲਟ ਨਾ ਕੰਮ ਕਰ ਦਈਏ। ਐਵੇਂ ਦਿਲ ਦੇ ਵਿੱਚ ਡਰ ਧਾਰਦੇ ਨੇ। ਸਿੱਖ ਦੇ ਅੰਦਰ ਡਰ ਹੋਣਾ ਚਾਹੀਦਾ। ਜੇ ਸੇਵਾ ਕਰਦਿਆਂ ਅੰਦਰ ਡਰ ਰਹੇਗਾ ਨਾ ਆਪਣੇ ਗੁਰੂ ਦਾ, ਉਹ ਸੇਵਾ ਕੀਤੀ ਵੀ ਪ੍ਰਵਾਨ ਤੇ ਸਿੱਖ ਦਾ ਜੀਵਨ ਵੀ ਸਫਲ। ਨਹੀਂ ਤਾਂ ਕਈ ਸੇਵਾ ਕਰਦੇ ਆ ਪਰਵਾਹ ਹੀ ਨਹੀਂ ਕਰਦੇ, ਆਪਣੀ ਮਰਜ਼ੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਤਾਂ ਕੁਝ ਸਮਝਦੇ ਹੀ ਨਹੀਂ ਕਈ ਲੋਕ। ਮਹਾਰਾਜ ਦਾ ਪ੍ਰਕਾਸ਼ ਵੀ ਹੋਵੇ ਤੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਪਣਾ ਹੁਕਮ ਚਲਾਉਂਦੇ ਨੇ ਆ ਕੇ, ਪਰ ਜਿਹੜੇ ਸਤਿਗੁਰੂ ਦੇ ਕੋਲ ਸੇਵਕ ਰਹਿੰਦੇ ਹਨ, ਕਹਿੰਦੇ ਉਹ ਡਰਦੇ ਨੇ। ਤੇ ਸਿੱਖ ਨੂੰ ਹਮੇਸ਼ਾ ਸੇਵਾ ਕਰਦਿਆਂ ਡਰ ਕੇ ਰਹਿਣਾ ਚਾਹੀਦਾ ਵੀ ਮਤਾ ਮੇਰੇ ਕੋਲ ਕੋਈ ਗਲਤੀ ਹੋ ਜਾਵੇ। ਅੰਤਰਜਾਮੀ ਸਤਿਗੁਰੂ ਸਿੱਖ ਜਾਣਦੇ ਹਨ ਵੀ ਗੁਰੂ ਕਲਗੀਧਰ ਮਹਾਰਾਜ ਅੰਤਰਜਾਮੀ ਹਨ। ਜੇ ਮਹਾਰਾਜ ਦੇ ਲਾਗੇ ਬੈਠੇ ਅਸੀਂ ਕੁਝ ਮਾੜਾ ਸੋਚਿਆ ਵੀ ਨਾ, ਮਾੜਾ ਕਰਨਾ ਤੇ ਜਿਹੜਾ ਬੜੀ ਦੂਰ ਦੀ ਗੱਲ ਹੈ। ਜੇ ਮਹਾਰਾਜ ਦੇ ਹਜ਼ੂਰ ਬਹਿ ਕੇ ਕੁਝ ਮਾੜਾ ਸੋਚਾਂਗੇ ਵੀ, ਮਾੜਾ ਖਿਆਲ ਰੱਖ ਕੇ ਕਿਸੇ ਵੱਲ ਵੇਖਾਂਗੇ ਵੀ, ਤਾਂ ਸਤਿਗੁਰਾਂ ਨੇ ਸਾਡੇ ਅੰਦਰ ਦੀ ਗੱਲ ਜਾਣ ਲੈਣੀ ਹੈ। ਮਨ ਕੀ ਲੱਖ ਪਾਵੇ, ਮਹਾਰਾਜ ਸਾਹਿਬ ਜੀ ਮਨ ਦੀਆਂ ਕਹਿੰਦੇ ਜਾਣ ਲੈਂਦੇ ਹਨ। ਜੋ ਕਿਸੇ ਦੇ ਮਨ ਦੇ ਵਿੱਚ ਖਿਆਲ ਹੋਵੇ, ਮਨ ਕੀ ਲੱਖ ਪਾਵੇਂ, ਮਨ ਦੀਆਂ ਗੱਲਾਂ, ਅੰਦਰ ਦੀਆਂ ਗੱਲਾਂ ਬੁੱਝ ਲੈਂਦੇ ਨੇ। ਇਹ ਜਾਣ ਕਰਕੇ ਜਿਹੜੇ ਸਿੱਖ ਸੇਵਕ ਹਨ ਹਰ ਸਮੇਂ ਡਰ ਕੇ ਰਹਿੰਦੇ ਹਨ। ਪਰ ਇਧਰ ਕਲਗੀਧਰ ਮਹਾਰਾਜ ਦਾ ਇਹ ਸੁਭਾਅ ਵੇਖ ਕੇ ਨਾ, ਕੁਰਖਾ ਜਿਹਾ ਸੁਭਾਅ, ਤੇਜਸਵੀ ਜਿਹਾ, ਵੀਰ ਰਸੀ ਜਿਹਾ ਸੁਭਾਅ ਵੇਖ ਕਰਕੇ ਆਪਣੇ ਪੁੱਤਰ ਦਾ ਤੇ ਸ਼੍ਰੀ ਗੁਜਰੀ ਮਾਤਾ ਜੀ ਜੋ ਮਾਂ ਹੈ, ਜਦੋਂ ਵੇਖਦੀ ਹੈ ਵੀ ਮੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਥੋੜਾ ਵੀਰ ਰਸੀ ਜਿਹਾ ਰਹਿੰਦੇ ਹਨ, ਥੋੜਾ ਕਹਿੰਦੇ ਕੁਰਖਾ ਜਿਹਾ ਬੋਲਦੇ ਹਨ, ਤੇ ਮਾਤਾ ਫਿਕਰ ਕਰਦੀ ਹੈ। ਮਾਵਾਂ ਨੂੰ ਫਿਕਰ ਹੁੰਦਾ ਹੈ ਨਾ, ਭਾਵੇਂ ਗੁਰੂ ਸਾਹਿਬ ਗੁਰਿਆਈ ਦੇ ਮਾਲਕ ਨੇ, ਆਪ ਜਗਤ ਦੇ ਮਾਲਕ ਹਨ, ਪਰ ਮਾਂ ਦੇ ਅੰਦਰ ਉਹ ਮਾਂ ਵਾਲਾ ਮੋਹ ਜਿਹਾ ਹੁੰਦਾ। ਪੁੱਤ ਕਿੱਡਾ ਵੀ ਵੱਡਾ ਕੋਈ ਸਾਧੂ ਸੰਤ ਹੋਵੇ, ਕੋਈ ਅਫਸਰ ਹੋਵੇ, ਮਾਂ ਦੀ ਭਾਵਨਾ ਉਹਨੂੰ ਵੇਖਣ ਦੀ ਬਾਕੀ ਲੋਕਾਂ ਨਾਲੋਂ ਵੱਖਰੀ ਜੀ ਹੁੰਦੀ। ਉਹਨੂੰ ਐਂ ਜਾਪਦਾ ਵੀ ਮੇਰਾ ਪੁੱਤਰ ਹੈ। ਤੇ ਕਲਗੀਧਰ ਮਹਾਰਾਜ ਸਾਹਿਬ ਜੀ ਦਾ ਇਹਦਾ ਰੁਖ ਵੇਖ ਕੇ ਵੀ ਸਾਹਿਬ ਵੀਰ ਰਸ ਵਿੱਚ ਰਹਿੰਦੇ ਹਨ ਹਰ ਸਮੇਂ। ਤੇ ਸ੍ਰੀ ਮਾਤਾ ਗੁਜਰੀ ਜੀ ਵੇਖ ਕਰਕੇ ਕੁਝ ਕਹਿਣਾ ਚਾਹੁੰਦੇ ਹਨ, ਪਰ ਕਹਿੰਦੇ ਕਹਿ ਨਾ ਸਕੇ ਚਾਹਤ ਰਹਿ। ਗੁਰੂ ਕਲਗੀਧਰ ਮਹਾਰਾਜ ਨੂੰ ਕੁਝ ਕਹਿਣਾ, ਕੁਝ ਪੁੱਛਣਾ ਤੇ ਚਾਹੁੰਦੇ ਨੇ ਵੀ ਲਾਲ ਜੀ ਤੁਸੀਂ ਇਦਾਂ ਕਿਉਂ ਕਰਦੇ ਹੋ, ਪਰ ਮਾਂ ਹੌਸਲਾ ਨਹੀਂ ਕਰਦੀ, ਕੁਝ ਕਿਹਾ ਨਹੀਂ ਜਾਂਦਾ ਇਸ ਕੋਲੋਂ। ਮਾਂ ਪੁੱਛਣਾ ਚਾਹੁੰਦੀ ਹੈ ਵੀ ਇਹ ਮੇਰੇ ਲਾਲ, ਇਹ ਮੇਰੇ ਪੁੱਤਰ, ਤੁਸੀਂ ਇਹ ਕੈਸੀ ਹਾਲਤ ਬਣਾਈ ਹੈ। ਜੇ ਚੁੱਪ ਬੈਠਦੇ ਹੋ ਤਾਂ ਚੁੱਪ ਹੀ ਰਹਿੰਦੇ ਹੋ, ਕਿਸੇ ਨਾਲ ਬੋਲਦੇ ਨਹੀਂ, ਜੇ ਬੋਲਦੇ ਹੋ ਤਾਂ ਵੀਰ ਰਸ ਵਿੱਚ ਬੋਲਦੇ ਹੋ। ਇਹ ਹਾਲਤ ਵੇਖ ਕੇ ਮਾਂ ਚਿੰਤਾ ਦੇ ਵਿੱਚ ਹੈ, ਪਰ ਮਹਾਰਾਜ ਸਾਹਿਬ ਨੂੰ ਕੁਝ ਕਹਿ ਨਹੀਂ ਸਕਦੇ। ਕਹਿੰਦੇ ਕਈ ਵਾਰਾਂ ਘਰੋਂ ਮਾਤਾ ਗੁਜਰੀ ਚੱਲ ਕੇ ਗਈ ਵੀ ਅੱਜ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਣਾ ਹੈ ਵੀ ਪੁੱਤਰ ਜੀ ਤੁਹਾਡੇ ਦੀ ਇਹ ਤੁਸੀਂ ਇਹ ਕੀ ਹਾਲ ਬਣਾਇਆ ਹੋਇਆ ਹੈ। ਪਰ ਜਦੋਂ ਮਹਾਰਾਜ ਦੇ ਨਿਕਟ ਜਾਂਦੀ ਹੈ ਮਾਤਾ ਗੁਜਰੀ, ਬੈਠਾ ਅਵਲੋਕਾ, ਤੇ ਕਹਿੰਦੇ ਵੀ ਮਹਾਰਾਜ ਸਾਹਿਬ ਜੀ ਵੱਲ ਮਾਂ ਬੈਠੀ ਹੋਈ ਵੇਖਦੀ ਹੈ ਵੀ ਗੁਰੂ ਸਾਹਿਬ ਮੇਰੇ ਵੱਲ ਧਿਆਨ ਦੇਣ, ਮੈਨੂੰ ਪੁੱਛਣ ਵੀ ਮਾਤਾ ਜੀ ਕਿਉਂ ਆਏ ਹੋ, ਕੋਈ ਗੱਲ ਤੋਰਨ ਤੇ ਮੈਂ ਵੀ ਗੱਲ ਕਰਾਂ। ਪਰ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਕੀ ਕਰਦੇ ਹਨ ਵੀ ਰੁਖ ਪਰਖੈ ਨਾ ਆਪਨ ਦੇਸ਼। ਮਾਂ ਬੈਠੀ ਰਹਿੰਦੀ ਤੇ ਵੇਖਦੀ ਹੈ ਵੀ ਮੇਰੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਰੁਖ ਹੈ ਨਾ ਉਹ ਮੇਰੇ ਵੱਲ ਨਹੀਂ ਹੈ। ਮਹਾਰਾਜ ਜਾਣੀ ਜਾਣ ਹਨ ਸਤਿਗੁਰੂ ਡੂੰਘੀਆਂ ਸੋਚਾਂ ਦੇ ਵਿੱਚ ਨੇ। ਸਤਿਗੁਰੂ ਸਾਹਿਬ ਭਵਿੱਖ ਦੇ ਕਈ ਤਰ੍ਹਾਂ ਦੇ ਬਚਨ ਸੋਚ ਰਹੇ ਹਨ।
ਬੈਠੇ ਹੋਏ ਵੇਖਦੇ ਨੇ ਆਉਣ ਵਾਲਾ ਸਮਾਂ ਜਦੋਂ ਆਨੰਦਾਂ ਦੀ ਪੁਰੀ ਛੱਡਣੀ ਹੈ। ਹੱਸਦਾ ਵਸਦਾ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਣਾ। ਸਿੱਖਾਂ ਨੇ ਸ਼ਹਾਦਤਾਂ ਦੇਣੀਆਂ ਨੇ, ਪਰਿਵਾਰ ਖੇਰੂ ਖੇਰੂ ਹੋ ਜਾਣਾ। ਛੋਟੇ ਵੱਡੇ ਸਾਹਿਬਜ਼ਾਦੇ ਚਮਕੌਰ ਵਿੱਚ ਸ਼ਹੀਦ ਹੋ ਜਾਣੇ ਹਨ ਅਤੇ ਜਿਹੜੇ ਛੋਟੇ ਹਨ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ, ਉਹਨਾਂ ਦੀਆਂ ਸ਼ਹਾਦਤਾਂ ਜੰਗ ਵਿੱਚ ਹੋਣੀਆਂ ਨੇ। ਸਰਹੰਦ ਦੀਆਂ ਕੰਧਾਂ ਵਿੱਚ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਸ਼ਹੀਦੀਆਂ ਦੇਣੀਆਂ ਨੇ। ਮਾਤਾ ਗੁਜਰੀ ਜੀ ਨੇ ਸ਼ਹੀਦ ਹੋਣਾ ਹੈ। ਇਹ ਮਹਾਰਾਜ ਸਾਹਿਬ ਸਾਰਾ ਬੈਠੇ ਹੋਏ ਵੇਖਦੇ ਨੇ ਭਵਿੱਖ ਦੇ ਬਚਨ। ਸਤਿਗੁਰੂ ਤਾਂ ਵੇਖ ਰਹੇ ਹਨ ਵੀ ਕੀ ਭਾਣੇ ਵਾਪਰਨ ਵਾਲੇ ਹਨ, ਖੇਡਾਂ ਕੀ ਵਰਤਣੀਆਂ ਨੇ ਪੰਥ ਵਾਸਤੇ। ਤੇ ਮਾਤਾ ਲਾਗੇ ਬੈਠਦੀ ਹੈ ਜਾ ਕੇ ਵੀ ਮਹਾਰਾਜ ਮੇਰੇ ਨਾਲ ਕੋਈ ਗੱਲ ਕਰਨ। ਹੁਣ ਸਤਿਗੁਰੂ ਕੀ ਦੱਸਣ ਮਾਂ ਨੂੰ, ਕਿਉਂਕਿ ਮਹਾਰਾਜ ਜਿੰਨੀ ਸ਼ਕਤੀ ਕਿਸੇ ਕੋਲ ਨਹੀਂ ਸਹਾਰਨ ਦੀ। ਰੁੱਖ ਪਰਖੈ ਨੇ ਆਪਣ ਦੇਸ਼, ਜਦੋਂ ਮਾਤਾ ਜੀ ਵੇਖਦੇ ਵੀ ਮੇਰੇ ਪੁੱਤਰ ਕਲਗੀਧਰ ਸਾਹਿਬ ਤੇ ਮੇਰੇ ਵੱਲ ਰੁਖ ਹੀ ਨਹੀਂ ਕਰ ਰਹੇ, ਮੇਰੇ ਵੱਲ ਤਾਂ ਧਿਆਨ ਹੀ ਨਹੀਂ ਦਿੰਦੇ ਤੇ ਕੁਝ ਕਹਿਣਾ ਤਾਂ ਚਾਹੁੰਦੇ ਐ ਪਰ ਮੁਖੋਂ ਉਚਾਰਦੇ ਨਹੀਂ ਹਨ ਮਾਤਾ ਜੀ, ਇਹ ਸੋਚ ਕੇ ਵੀ ਜਦੋਂ ਮੇਰੇ ਵੱਲ ਧਿਆਨ ਹੀ ਨਹੀਂ ਹੈ ਤੇ ਮੈਂ ਮਹਾਰਾਜ ਨੂੰ ਕੀ ਕਹਾਂ। ਮਾਤਾ ਨਿਸ਼ਤੇ ਮੌਨ ਕਰ, ਐਵੇਂ ਮਾਤਾ ਵਾਲੇ ਪਾਸਿਓਂ ਕਲਗੀਧਰ ਮਹਾਰਾਜ ਜੀ ਨੇ ਚੋਪੀ ਧਾਰ ਲਈ, ਸਤਿਗੁਰਾਂ ਨੇ ਮੌਨ ਹੀ ਧਾਰ ਲਿਆ। ਸਭ ਜਾਣੇ ਪਰ ਬੈਠੇ ਸਭ ਜਾਣੇ, ਮਹਾਰਾਜ ਸਾਹਿਬ ਜਾਣਦੇ ਸਭ ਕੁਝ ਹਨ। ਜਦੋਂ ਮਾਤਾ ਆ ਕੇ ਬੈਠਦੀ ਹੈ ਉਦੋਂ ਵੀ ਪਤਾ ਹੈ, ਜਦੋਂ ਉੱਠ ਕੇ ਚਲੇ ਜਾਂਦੀ ਹੈ ਜਾਣਦੇ ਮਹਾਰਾਜ ਸਾਹਿਬ ਜੀ ਸਭ ਕੁਝ ਹਨ। ਜਾਂ ਹੋਰ ਸੰਗਤਾਂ ਵੀ ਵੇਖਦੀਆਂ ਨੇ ਵੀ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਾਤਾ ਨਾਲ ਬਚਨ ਨਹੀਂ ਕਰਦੇ। ਹੁਣ ਇਹ ਵੀ ਇੱਕ ਅਵਸਥਾ ਹੁੰਦੀ ਹੈ ਸਾਧ ਸੰਗਤ। ਇੱਕ ਤਾਂ ਉਹ ਬੋਲਣਾ ਚੁੱਪ ਕਰਨਾ ਹੁੰਦਾ ਜਿਹੜਾ ਕੋਈ ਹੱਠ ਦੇ ਨਾਲ ਚੁੱਪ ਕਰਦਾ ਹੈ, ਇੱਕ ਅਵਸਥਾ ਹੈ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜਿਹਦਾ ਮੁਖ ਭਰਿਆ ਹੋਵੇ ਕਿਸੇ ਪਦਾਰਥ ਦੇ ਨਾਲ, ਜਿਵੇਂ ਕਿਸੇ ਨੇ ਕੋਈ ਖੰਡ ਦੀ ਮੋਠੀ ਮੂੰਹ ਵਿੱਚ ਪਾਈ ਹੋਵੇ ਕੋਈ ਦਾਣੇ ਚੱਬਣ ਦੇ ਵਾਸਤੇ, ਤੇ ਜੇ ਕੋਈ ਉਹਨੂੰ ਆਖੇ ਵੀ ਕੋਈ ਗੱਲ ਕਰਕੇ ਦੱਸ, ਉਹ ਕੀ ਗੱਲ ਕਰੇਗਾ? ਉਹ ਇਸ਼ਾਰਾ ਕਰੇਗਾ ਵੀ ਮੈਨੂੰ ਆ ਪਦਾਰਥ ਛਕ ਲੈਣ ਦੇ, ਫਿਰ ਗੱਲ ਕਰਦੇ ਆ। ਇਵੇਂ ਜਿਹੜੇ ਰੱਬ ਦੇ ਪਿਆਰੇ ਨਾਮ ਜਪਦੇ ਨੇ ਨਾ, ਉਹ ਸੁਭਾਵਕ ਹੀ ਚੁੱਪ ਹੋ ਜਾਂਦੇ ਨੇ ਵੀ ਕੀ ਬੋਲਣਾ ਹੈ, ਵੀ ਦੁਨੀਆ ਦੀਆਂ ਗੱਲਾਂ ਕੀ ਹੁੰਦੀਆਂ, ਵੀ ਹੋਰ ਸੁਣਾਓ ਫਿਰ ਕੀ ਹੈ ਜੀ, ਕੰਮ ਕਾਜ ਕਿਵੇਂ ਹੈ, ਬੱਚੇ ਕਿਵੇਂ ਪੜ੍ਹ ਗਏ ਲਿਖ ਗਏ, ਵਿਆਹ ਘਰ-ਬਾਰ, ਬਸ ਇਹੀ ਕੁਝ ਹੈ ਸਾਡੇ ਕੋਲ। ਕਦੀ ਰੱਬ ਦੀ ਗੱਲ ਥੋੜ੍ਹਾ। ਰਿਸ਼ਤੇਦਾਰ ਜਦੋਂ ਇਕੱਠੇ ਹੁੰਦੇ ਆ, ਦੂਰੋਂ ਦੂਰੋਂ ਸੰਬੰਧੀ ਆਉਂਦੇ ਨੇ ਘਰ ਵਿੱਚ, ਕੁੱਲ ਜਹਾਨ ਦੀਆਂ ਗੱਲਾਂ ਆਪਸ ਵਿੱਚ ਕਰਦੇ ਆ। ਮਾਈਆਂ ਆਪਣਾ ਟੋਲਾ ਜਿਹਾ ਬਣਾ ਕੇ ਬਹਿ ਜਾਂਦੀਆਂ, ਭਾਈ ਆਪਣਾ ਬਹਿ ਜਾਂਦੇ ਬਾਹਰ ਜੇ ਜਾ ਕੇ, ਤੇ ਗੱਲਾਂ ਕਿਹੜੀਆਂ ਉਹੀ ਸਾਰੀਆਂ ਇੱਧਰ ਉੱਧਰ ਦੀਆਂ। ਕਦੀ ਵੀ ਰੱਬ ਦੀ ਗੱਲ ਥੋੜ੍ਹਾ ਕੋਈ ਚੱਲਦੀ ਹੈ। ਪਰ ਗੁਰਮੁਖ ਪਿਆਰੇ ਜਿਹੜੇ ਹਨ ਇਹੋ ਜਿਹੀਆਂ ਗੱਲਾਂ ਵੱਲੋਂ ਚੁੱਪ ਹੀ ਰਹਿੰਦੇ ਨੇ, ਜਿੰਨੀ ਲੋੜ ਹੈ ਉਹਨਾਂ ਬੋਲਦੇ ਨੇ। ਮਹਾਰਾਜ ਸਾਹਿਬ ਮਾਤਾ ਜੀ ਵੱਲੋਂ ਚੁੱਪ ਹਨ, ਬੈਠੇ ਸਭ ਜਾਣੈ, ਬੈਠੇ ਹੋਏ ਸਭ ਜਾਣਦੇ ਹਨ ਜੋ ਭਵਿੱਖ ਵਿੱਚ ਖੇਡ ਵਰਤਣ ਵਾਲੀ ਹੈ। ਭਵਿੱਖ ਦੇ ਵਿੱਚ ਜਿਵੇਂ ਸਾਰਾ ਕੌਤਕ ਹੋਣਾ ਹੈ, ਜਿਵੇਂ ਮਾਤਾ ਗੁਜਰੀ ਜੀ ਨੇ ਉਹ ਮੁਸ਼ਕਲਾਂ ਦਾ ਦੌਰ ਆਪ ਵੀ ਵੇਖਣਾ ਹੈ। ਉਹ ਮਹਾਰਾਜ ਸਾਹਿਬ ਜੀ ਕਹਿਣਾ ਨਹੀਂ ਮੰਨਦੇ ਵੀ ਇਹ ਗੱਲ ਕਹਿਣੀ ਨਹੀਂ ਚਾਹੀਦੀ ਵੀ ਮਾਤਾ ਨੂੰ ਅਸੀਂ ਭਵਿੱਖ ਦੀਆਂ ਖੇਡਾਂ ਨਾ ਦੱਸੀਏ, ਵੀ ਕਈ ਗੱਲਾਂ ਗੁਪਤ ਵੀ ਰੱਖਣੀਆਂ ਪੈਂਦੀਆਂ ਹਨ। ਕਿਉਂਕਿ ਸਾਧ ਸੰਗਤ ਜੇ ਮਾਤਾ ਨੂੰ ਪਹਿਲਾਂ ਹੀ ਦੱਸ ਦੇਣ ਵੀ ਐਦਾਂ ਆਨੰਦਪੁਰ ਛੱਡ ਕੇ ਜਾਣਾ ਹੈ, ਮਾਤਾ ਕੋ ਉਹਨਾਂ ਸਹਾਰ ਨਾ ਹੁੰਦਾ। ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਭਵਿੱਖ ਬਾਰੇ ਜਾਣਦੇ ਵਿਚਾਰਦੇ ਨੇ, ਤੇ ਮਾਤਾ ਪਤਾ ਹੈ ਵੀ ਪੁੱਛਣਾ ਕੁਝ ਚਾਹੁੰਦੀ ਹੈ ਭਵਿੱਖ ਬਾਰੇ ਵੀ ਮਹਾਰਾਜ ਤੁਸੀਂ ਇੱਦਾਂ ਕਿਉਂ ਹੋ। ਸਾਹਿਬ ਜੀ ਜਾਣਦੇ ਨੇ ਵੀ ਇਹ ਗੱਲ ਕਹਿਣੀ ਬਣਦੀ ਨਹੀਂ ਮਾਂ ਨੂੰ। ਇਸ ਤਰ੍ਹਾਂ ਕਰਦੇ ਆ, ਕਹਿੰਦੇ ਵੀ ਕਈ ਦਿਨ ਕੀ ਮਹੀਨੇ ਹੀ ਲੰਘ ਗਏ, ਮਹਾਰਾਜ ਸਾਹਿਬ ਕੋ ਮਾਂ ਆਉਂਦੀ ਹੈ ਪਰ ਕੁਝ ਬੋਲਦੇ ਨਹੀਂ ਸਾਹਿਬ। ਮਾਤਾ ਗੁਜਰੀ ਜੀ ਬੜੇ ਹੈਰਾਨ ਹੁੰਦੇ ਨੇ ਵੀ ਮੇਰੇ ਪੁੱਤ ਨੂੰ ਕੀ ਹੋ ਗਿਆ। ਕਦੀ ਕੁਝ ਸੋਚਦੇ ਆ, ਕਦੀ ਕੁਝ ਸੋਚਦੇ ਆ ਵੀ ਪੁੱਤ ਮੇਰੇ ਨੂੰ ਕਿਤੇ ਕੋਈ ਰੋਗ ਨਾ ਹੋਵੇ,
ਕੋਈ ਕਹਿੰਦੇ ਹੋਰ ਕਾਰਨ ਨਾ ਹੋਵੇ। ਬੋਲਣ ਨੇੜਾ ਬੁੱਧ ਕਾਰ ਪੁੱਤਰ ਵੱਲੋਂ ਆਪਣੇ ਲਾਲ ਵੱਲੋਂ ਚਿੰਤਾ ਕਰਦੇ ਆ। ਇੱਕ ਦਿਨ ਮਾਂ ਨੇ ਘਰੇ ਗੱਲ ਪੱਕੀ ਦ੍ਰਿੜ ਕਰ ਲਈ ਵੀ ਅੱਜ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲ ਕਰ ਹੀ ਲੈਣੀ ਹੈ। ਬੰਧਨ ਟਿਕ ਆਈ ਏਦਾਂ ਬੁੱਧ ਦੇ ਵਿੱਚ ਦ੍ਰਿੜਤਾ ਕਰਕੇ ਮਾਤਾ ਗੁਜਰੀ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰੋਂ ਚੱਲ ਕੇ ਪਾਸ ਆ ਗਏ। ਬੈਠੇ ਉਤੇ ਅਗੰਤ ਤਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇਕਾਂਤ ਵਿੱਚ ਬੈਠੇ ਹੋਏ ਸਨ। ਮੈਂ ਸਿੱਖਨ ਭੀਰਾ ਬਹੁਤੇ ਸਿੱਖਾਂ ਦੀ ਭੀੜ ਨਹੀਂ ਸੀ। 94 ਗੁਰੂ ਕੇ ਸੇਵਾਦਾਰ ਮਹਾਰਾਜ ਦੇ ਕੋਲ ਸਨ। ਅਵਨੰਦਨ ਸਤ ਕੋ ਕਰ ਆ ਕੇ ਮਾਤਾ ਜੀ ਨੇ ਪਹਿਲਾਂ ਗੁਰਗੱਦੀ ਦਾ ਸਤਿਕਾਰ ਕਰਦਿਆਂ ਨਮਸਕਾਰ ਕੀਤੀ, ਫਿਰ ਆਪਣਾ ਪੁੱਤਰ ਜਾਣ ਕਰਕੇ ਆਸ਼ੀਰਵਾਦ ਦਿੱਤਾ ਵੀ ਮੇਰਾ ਲਾਲ ਮੇਰਾ ਗੋਬਿੰਦ ਸਿੰਘ ਸਾਹਿਬ ਜੁਗ ਜੁਗ ਜੀਵੇ, ਲੰਮੀਆਂ ਉਮਰਾਂ ਮਾਣੇ। ਜਿਹੜੀ ਮਾਵਾਂ ਦੀ ਭਾਵਨਾ ਹੁੰਦੀ ਉਹ ਵੀ ਕਹਿ ਸੁਣਾਈ। ਬੋਲੀ ਤੇਰਾ ਤੀਰਾ ਤੇ ਮਹਾਰਾਜ ਸਾਹਿਬ ਦੇ ਕੋਲ ਖਲੋ ਕੇ ਬੈਠ ਕੇ ਮਾਤਾ ਗੁਜਰੀ ਜੀ ਕਹਿਣ ਲੱਗੇ, ਸੋਤ ਨਿਤ ਬ੍ਰਤ ਹੋਤ ਹੈ। ਹੇ ਪੁੱਤਰ, ਹੇ ਲਾਲ, ਹੇ ਸ਼ਿਆਮ। ਕਈ ਵਾਰ ਮਾਤਾ ਜੀ ਪਿਆਰ ਨਾਲ ਸ਼ਿਆਮ, ਕਈ ਵਾਰ ਰਾਮ ਵੀ ਕਹਿੰਦੇ ਹੁੰਦੇ ਸਨ ਮਹਾਰਾਜ ਨੂੰ। ਹੇ ਮੇਰੇ ਲਾਲ, ਮੇਰੇ ਸ਼ਿਆਮ, ਜਿਉਂ-ਜਿਉਂ ਦਿਨ ਲੰਘਦੇ ਹਨ ਮੈਂ ਮਾਂ ਦੇ ਮਨ ਵਿੱਚ ਬੜੀ ਖਿੱਚ ਪੈਂਦੀ ਹੈ। ਮੇਰਾ ਮਨ ਦਿਨ ਦਿਨ ਥੋੜਾ ਹੁੰਦਾ ਜਾਂਦਾ, ਭਾਵ ਮੇਰਾ ਮਨ ਮੇਰਾ ਦਿਲ ਘਟਦਾ ਹੀ ਜਾਂਦਾ ਹੈ ਤੁਹਾਡੀ ਹਾਲਤ ਵੇਖ ਕੇ। ਆ ਤੁਹਾਨੂੰ ਵੇਖ ਕਰਕੇ ਮੈਂ ਮਾਂ ਨੂੰ ਸੁੱਖ ਨਹੀਂ ਹੁੰਦਾ, ਮੇਰੇ ਤੇ ਮੋਹ ਦਾ ਪ੍ਰਭਾਵ ਹੈ ਵੀ ਮੇਰਾ ਪੁੱਤਰ ਬੋਲਦਾ ਕਿਉਂ ਨਹੀਂ। ਜੇ ਬੋਲਦਾ ਤੇ ਬੜਾ ਵੀਰ ਦੱਸ ਜਿਹਾ ਕਰੁੱਖਾ ਜਿਹਾ ਬੋਲਦਾ। ਤੇ ਹੇ ਲਾਲ ਜੀ, ਤੁਹਾਡੀ ਇਹ ਮਸਤਾਨੀ ਦਵਾਨੀ ਹਾਲਤ ਵੇਖ ਕੇ ਮੈਂ ਮਾਂ ਨੂੰ ਸੁੱਖ ਨਹੀਂ ਮਿਲਦਾ, ਮੇਰਾ ਦਿਲ ਦਿਨੋਂ ਦਿਨ ਘਟਦਾ ਜਾਂਦਾ ਵੀ ਇਹ ਕੀ ਗੱਲ ਬਣੀ। ਕਿਉਂਕਿ ਤੁਹਾਡੇ ਨਾਲ ਮੇਰਾ ਮਾਂ ਦਾ ਮੋਹ ਹੈ ਨਾ, ਭਾਵੇਂ ਤੁਸੀਂ ਗੁਰਿਆਈ ਦੇ ਮਾਲਕ ਹੋ ਪਰ ਅੰਦਰੋਂ ਮੇਰਾ ਮੋਹ ਨਹੀਂ ਟੁੱਟਦਾ ਤੁਹਾਡੇ ਨਾਲ। ਹੇ ਪੁੱਤਰ, ਕੁਝ ਸਮਾਂ ਪਹਿਲਾਂ ਦੀ ਗੱਲ ਹੈ ਵੀ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੇਖੋ ਜਦੋਂ ਦਿੱਲੀ ਗਏ ਉਹਨਾਂ ਸ਼ਹਾਦਤ ਦਿੱਤੀ ਤੇ ਉਹਨਾਂ ਦਾ ਸੱਚਖੰਡ ਨੂੰ ਚਾਲਾ ਹੋਇਆ। 9 ਵਰ੍ਹਿਆਂ ਦੇ ਸੀ ਜਦੋਂ ਪੁੱਤਰ ਤੁਹਾਨੂੰ ਛੱਡ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚਖੰਡ ਚਲੇ ਗਏ। ਸਮਰਤ ਨਿਰਬਲ ਸੁਸ਼ੀਲ ਕੋ ਤੇ ਮੈਂ ਜਦੋਂ ਵੀ ਬੈਠਦੀ ਹਾਂ ਘਰ ਦੇ ਵਿੱਚ ਮੈਨੂੰ ਯਾਦ ਆਉਂਦੇ ਨੇ ਗੁਰੂ ਤੇਗ ਬਹਾਦਰ ਸਾਹਿਬ। ਉਹਨਾਂ ਦਾ ਇੰਨਾ ਕੋਮਲ ਸੁਭਾਅ, ਉਹਨਾਂ ਦਾ ਇੰਨਾ ਸੁਸ਼ੀਲ ਸੁਭਾਅ, ਕੈਸੇ ਸ਼ਾਂਤੀ ਦੇ ਪੁੰਜ ਬੰਦਗੀ ਵਿੱਚ ਲੀਨ ਰਹਿੰਦੇ ਸਨ, ਪਿਆਰ ਨਾਲ ਬੋਲਦੇ ਸਨ। ਉਹਨਾਂ ਦਾ ਸੁਭਾਅ ਚੇਤੇ ਕਰ ਕਰਕੇ ਮੈਨੂੰ ਬੜਾ ਸ਼ੌਕ ਹੁੰਦਾ। ਮੈਂ ਮਾਂ ਤੁਹਾਡੀ ਬੜੀ ਦੁਖੀ ਹੁੰਦੀ ਹੈ ਜਦੋਂ ਇਹ ਸੋਚਦੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੰਨਾ ਸਾਡੇ ਲਈ ਦੁੱਖ ਝੱਲ ਕੇ ਸ਼ਹਾਦਤ ਦੇ ਗਏ, ਤੇ ਹੁਣ ਜਦੋਂ ਤੁਹਾਡੀ ਹਾਲਤ ਵੇਖਦੀ ਹਾਂ ਫਿਰ ਮੇਰਾ ਸ਼ੌਕ ਹੋਰ ਵੱਧਦਾ ਏ। ਇਹ ਤਾਂ ਮੈਂ ਧਰਤੀ ਦੇ ਸਮਾਨ ਧੀਰਜ ਕਰ ਲਈ। ਉਹ ਦਿਨ ਮੈਨੂੰ ਕਿਤੇ ਭੁੱਲਦਾ ਹੈ ਜਿਸ ਦਿਨ ਤੁਹਾਡੇ ਪਿਤਾ ਜੀ ਦਾ ਸੀਸ ਭਾਈ ਜੈਤਾ ਦਿੱਲੀ ਤੋਂ ਲੈ ਕੇ ਆਇਆ। ਜਿਸ ਦਿਨ ਹੇ ਪੁੱਤਰ ਮੈਂ ਤੁਹਾਡੇ ਪਿਤਾ ਜੀ ਦਾ ਸੀਸ ਅੱਖਾਂ ਦੇ ਨਾਲ ਵੇਖਿਆ, ਉਹ ਮੈਂ ਤਾਂ ਧਰਤੀ ਵਰਗਾ ਜੇਰਾ ਕਰਕੇ ਜਰ ਤਾਂ ਗਈ ਪਰ ਮੈਨੂੰ ਉਹ ਗੱਲਾਂ ਭੁੱਲਦੀਆਂ ਥੋੜ੍ਹਾ ਹਨ। ਮੈਂ ਆਪਣੀ ਉਮਰ ਦੇ ਵਿੱਚ ਨਹੀਂ ਤੇ ਔਰਤ ਦੀ ਇੱਛਾ ਹੁੰਦੀ ਹੈ ਵੀ ਮੈਂ ਸਦਾ ਸੁਹਾਗਣ ਹੋਵਾਂ। ਇਹਦਾ ਭਾਵ ਹੁੰਦਾ ਵੀ ਮੈਂ ਆਪਣੇ ਪਤੀ ਤੋਂ ਪਹਿਲਾਂ ਸੰਸਾਰ ਚੋਂ ਚਲੇ ਜਾਵਾਂ, ਮੇਰੇ ਸਿਰ ਦਾ ਸਾਈਂ ਮੇਰੇ ਹੁੰਦਿਆਂ ਨਾ ਜਾਵੇ। ਤਾਈਓ ਕਹਿੰਦੇ ਨਾ ਵੀ ਸਦਾ ਸੁਹਾਗਣ ਹੋਵਾਂ। ਤੇ ਹੇ ਪੁੱਤਰ, ਜਦੋਂ ਤੁਹਾਡੇ ਪਿਤਾ ਜੀ ਦਾ ਸੀਸ ਦਿੱਲੀ ਤੋਂ ਆਇਆ, ਉਹ ਸੀਸ ਵੇਖ ਕੇ ਮੈਨੂੰ ਪਤਾ ਹੈ ਮੈਂ ਕਿਵੇਂ ਧਰਤੀ ਵਰਗਾ ਹੌਸਲਾ ਕਰਕੇ ਧੀਰਜ ਰੱਖ ਕੇ ਤੇ ਡੋਲੀ ਨਹੀਂ। ਸਮਰੱਥ ਸਭ ਭਾਂਤੀ, ਹਾਂ ਸਮਰੱਥ ਸਭ ਭਾਂਤੀ। ਕਹਿੰਦੇ ਵੀ ਸਮਰੱਥ ਸਨ ਮਹਾਰਾਜ ਸਾਹਿਬ ਕਲਗੀ ਗੁਰੂ ਤੇਗ ਬਹਾਦਰ ਸਾਹਿਬ। ਵੇਖੋ ਉਹਨਾਂ ਨੇ ਵੀ ਆਪਣੀ ਧੀਰਜ ਦੀ ਧਰਤੀ ਵਾਂਗ ਛੱਡੀ। ਸਮਰੱਥ ਹਰ ਇੱਕ ਤਰ੍ਹਾਂ ਦੀ ਸ਼ਕਤੀ ਦੇ ਮਾਲਕ ਸਨ। ਵੇਖੋ ਔਰੰਗਜ਼ੇਬ ਉਹਨਾਂ ਨੂੰ ਕਹਿੰਦਾ ਰਿਹਾ ਵੀ ਸ਼ਕਤੀ ਵਿਖਾਓ। ਉਹਨਾਂ ਸ਼ਕਤੀ ਨਹੀਂ ਉਹਦੇ ਕਹਿਣ ਤੇ ਵਿਖਾਈ, ਆਪਣਾ ਸਿਰ ਦੇ ਦਿੱਤਾ। ਦਿਨ ਰਾਤੀ ਮੈਂ ਇਹੀ ਗੱਲਾਂ ਰਾਤ ਦਿਨ ਚੇਤੇ ਕਰਦੀ ਹਾਂ ਵੀ ਮਹਾਰਾਜ ਸ਼ਕਤੀ ਵਿਖਾ ਸਕਦੇ ਸਨ
ਪਰ ਉਹਨਾਂ ਨੇ ਧਰਤੀ ਵਰਗੀ ਧੀਰਜ ਰੱਖ ਕੇ ਤੇ ਆਪਣਾ ਸੀਸ ਕੁਰਬਾਨ ਕਰ ਦਿੱਤਾ। ਜੀ ਆਜ ਕੰਤ ਲਖ ਤੇ ਹੁਣ ਪੁੱਤਰ ਜੀ ਅੱਜ ਜਦੋਂ ਮੈਂ ਵੇਖਿਆ ਨਾ, ਦਿਨ ਤਾਂ ਬੜਿਆਂ ਦੀ ਮੈਂ ਤੁਹਾਡੇ ਕੋਲ ਆਉਂਦੀ ਸਾਂ, ਪਰ ਅੱਜ ਜਦੋਂ ਵੇਖਿਆ ਵੀ ਤੁਸੀਂ ਇਕਾਂਤ 'ਚ ਬੈਠੇ ਹੋ, ਵੀ ਤੁਹਾਡੇ ਲਾਗੇ ਕੋਈ ਬਹੁਤੇ ਸਿੱਖ ਸੇਵਕ ਬਾਹਰੋਂ ਨਹੀਂ ਆਏ, ਤਾਂ ਤੁਹਾਡੇ ਕੋਲ ਆਈ ਹਾਂ। ਸੰਸੇ ਚਿਤ ਹੋਤੇ ਹਾਂਜੀ, ਸੰਸੇ ਚਿਤ ਹੋਤੇ ਹਾਂ ਮੇਰੇ ਮਨ ਦੇ ਵਿੱਚ ਹੈ ਲਾਲ ਜੀ, ਹੈ ਪੁੱਤਰ ਜੀ, ਬੜਾ ਸੰਸਾ ਹੁੰਦਾ ਹੈ। ਸੰਸੇ ਚਿਤ ਹੋਤੇ, ਅੱਜ ਮੈਂ ਆਪਣੀ ਚਿੰਤਾ, ਆਪਣਾ ਦੁੱਖ ਦੱਸਣ ਲਈ ਤੁਹਾਡੇ ਕੋਲ ਆਈ ਹਾਂ। ਮੈਨੂੰ ਬੜਾ ਸੰਸਾ ਹੋ ਰਿਹਾ ਏ। ਬਨ ਕੇ ਵੱਡ ਗੁਰੂ ਹੋ, ਭਾਵੇਂ ਤੁਸੀਂ ਮਹਾਰਾਜ ਗੁਰੂਆਂ ਦੇ ਵਿੱਚੋਂ ਵੱਡੇ ਗੁਰੂ ਹੋ, ਗੁਰੂ ਨਾਨਕ ਦੇਵ ਮਹਾਰਾਜ ਦੀ ਹੀ ਜੋਤ ਤੁਹਾਡੇ ਤੇ ਗੁਰੂ ਨਾਨਕ ਦੇਵ ਸਾਹਿਬ ਵਿੱਚ ਭਾਵੇਂ ਕੋਈ ਫਰਕ ਨਹੀਂ ਹੈ, ਜਨਮੇ ਤੁਮ ਹੋਤੇ ਪਰ ਫੇਰ ਵੀ ਹੈ ਪੁੱਤਰ, ਮੈਂ ਮਾਂ ਤੋਂ ਹੀ ਤੁਹਾਡਾ ਜਨਮ ਹੋਇਆ ਹੈ ਨਾ। ਪ੍ਰਗਟ ਤਾਂ ਸੰਸਾਰ ਵਿੱਚ ਤੁਸੀਂ ਮੈਂ ਮਾਂ ਦੇ ਰਾਹੀਂ ਹੀ ਹੋਏ ਹੋ, ਇਸ ਕਰਕੇ ਮੇਰੇ ਤਾਂ ਪੁੱਤਰ ਲੱਗਦੇ ਹੀ ਹੋ ਨਾ। ਭਾਵੇਂ ਤੁਸੀਂ ਗੁਰੂਆਂ ਦੇ ਵਿੱਚੋਂ ਵੱਡੇ ਗੁਰੂ ਹੋ, ਪਾਤਸ਼ਾਹ ਦੇ ਪਾਤਸ਼ਾਹ ਹੋ, ਪਰ ਫਿਰ ਵੀ ਮੈਂ ਮਾਂ ਦੇ ਤੇ ਤੁਸੀਂ ਪੋਤੀ ਲੱਗਦੇ ਹੋ। ਸਰਬਰੀਤ ਸਮਰੱਥ ਮਾਂ, ਬਾਕੀ ਤੁਸੀਂ ਸਰਬ ਤਰ੍ਹਾਂ ਕਰਕੇ ਮਾਤਾ ਜੀ ਕਹਿੰਦੇ ਲਾਲ ਜੀ ਬੜੇ ਸਮਰੱਥ ਹੋ, ਬਹੁਤ ਸ਼ਕਤੀਆਂ ਤਾਕਤਾਂ ਆਪਣੇ ਵਿੱਚ ਸਮੋਈ ਬੈਠੇ ਹੋ। ਚਿਤ ਜਾਓ ਮਨਾਵੋ, ਜੋ ਚਿੱਤ ਵਿੱਚ ਤੁਸੀਂ ਚਾਹੋ ਨਾ ਉਹੀ ਕਰ ਸਕਦੇ ਹੋ, ਜੋ ਤੁਹਾਡਾ ਦਿਲ ਕਰੇ ਉਹੀ ਤੁਸੀਂ ਖੇਡ ਰਚਾ ਸਕਦੇ ਹੋ। ਅਚਰ ਚਰੈ ਚਰ ਅਚਰ ਹੋਏ, ਜਿਹੜੀਆਂ ਚੀਜ਼ਾਂ ਅਚਰ ਹਨ, ਭਾਵ ਜਿਹੜੀਆਂ ਜੜ ਨੇ, ਜਿਵੇਂ ਪੱਥਰ ਤੁਰਦੇ ਨਹੀਂ ਹਨ, ਪਹਾੜ ਤੁਰਦੇ ਨਹੀਂ, ਜੇ ਮਹਾਰਾਜ ਤੁਸੀਂ ਚਾਹੋ ਤਾਂ ਪਹਾੜਾਂ ਨੂੰ ਤੁਰਨ ਲਾ ਦਿਓ, ਅਤੇ ਜਿਵੇਂ ਮਨੁੱਖ ਪਸ਼ੂ ਪੰਛੀ ਜਿਹੜੇ ਉੱਡਦੇ ਤੇ ਤੁਰਦੇ ਨੇ, ਜੇ ਮਹਾਰਾਜ ਤੁਸੀਂ ਚਾਹੋ ਤਾਂ ਇਹਨਾਂ ਨੂੰ ਤੁਰਨ ਤੋਂ ਉੱਡਣ ਤੋਂ ਰਹਿਤ ਕਰ ਦਿਓ। ਐਡੀ ਸ਼ਕਤੀ ਦੇ ਮਾਲਕ ਹੋ, ਜਿਹੜੀਆਂ ਅਚਲ ਚੀਜ਼ਾਂ ਹਨ ਉਹਨਾਂ ਨੂੰ ਤੁਸੀਂ ਚੱਲਣ ਵਾਲਾ ਕਰ ਸਕਦੇ ਹੋ, ਤੇ ਜਿਹੜੀਆਂ ਚੱਲਣ ਵਾਲੀਆਂ ਹਨ ਉਹਨਾਂ ਨੂੰ ਮਹਾਰਾਜ ਤੁਸੀਂ ਅਚਲ ਕਰ ਸਕਦੇ ਹੋ, ਜੜ ਕਰ ਸਕਦੇ ਹੋ। ਲਗ ਮੁਖੋਂ ਅਲਾਵ, ਆ ਬਸ ਤੁਹਾਨੂੰ ਕੋਈ ਬਹੁਤੀ ਦੇਰ ਜਾਂ ਜ਼ੋਰ ਨਹੀਂ ਲੱਗਣਾ, ਆਪਣੇ ਮੁਖ ਤੋਂ ਥੋੜਾ ਜਿਹਾ ਹੀ ਵਜਨ ਕਰ ਦਿਓ। ਦਰਿਆ ਵਗਦਿਆਂ ਨੂੰ ਕਹਿ ਦਿਓ ਠਹਿਰ ਜਾ, ਵਗਦਾ ਹੋਇਆ ਠਹਿਰ ਜਾਏਗਾ। ਹਵਾ ਨੂੰ ਕਹਿ ਦਿਓ ਰੁਕ ਜਾ, ਮਹਾਰਾਜ ਹਵਾ ਰੁਕ ਜਾਏਗੀ। ਪਹਾੜ ਨੂੰ ਕਹਿ ਦਿਓ ਉੱਡ ਜਾ, ਪਹਾੜ ਉੱਡ ਜਾਵੇਗਾ। ਇੰਨੀ ਤੁਸੀਂ ਸ਼ਕਤੀ ਰੱਖਦੇ ਹੋ। ਪਰ ਮੇਰੇ ਮਨ ਦੇ ਵਿੱਚ ਚਿੰਤਾ ਹੈ, ਕਿਆ ਜਾਣੋ ਕਿ ਹੋਏਗੀ, ਕੀ ਜਾਣਾ ਵੀ ਭਵਿੱਖ ਦੇ ਵਿੱਚ ਮੇਰੇ ਨਾਲ ਕੀ ਬੀਤੇਗੀ, ਮੇਰੀ ਅੱਗੇ ਆਉਣ ਵਾਲੇ ਸਮੇਂ 'ਚ ਕੀ ਹਾਲਤ ਹੋਵੇਗੀ, ਮੈਂ ਇਹ ਤਾਂ ਨਹੀਂ ਜਾਣਦੀ। ਮੇਰੇ ਚਿੱਤ ਦੇ ਵਿੱਚ ਇਹੀ ਚਿੰਤਾ ਹੈ, ਇਹੀ ਮੈਂ ਮਹਾਰਾਜ ਸੋਚਦੀ ਰਹਿੰਦੀ ਹਾਂ। ਇਹ ਚਿਤਵਦੀ ਰਹਿੰਦੀ ਹੈ, ਮੇਰੇ ਮਨ ਵਿੱਚ ਬੜੀ ਭਾਰੀ ਚਿੰਤਾ ਹੋ ਰਹੀ ਆ। ਮੈਂ ਬੜਾ ਯਤਨ ਕਰਦੀ ਹਾਂ, ਪਰ ਮਹਾਰਾਜ ਹੈ ਪੁੱਤਰ ਜੀ ਮੇਰਾ ਮੋਹ ਨਹੀਂ ਛੁੱਟਦਾ। ਤੁਹਾਡੇ ਉੱਤੇ ਜਿਹੜਾ ਮੇਰਾ ਮੋਹ ਹੈ ਨਾ, ਪੁੱਤਰ ਵਾਲਾ ਤੇ ਮਾਂ ਵਾਲਾ ਜਿਹੜਾ ਪਿਆਰ ਹੈ, ਬੜਾ ਚਿੱਤ ਨੂੰ ਸਮਝਾਉਣੀ ਹੈ ਵੀ ਉਹ ਗੱਦੀ ਦੇ ਮਾਲਕ ਹੈ, ਉਹ ਸਭ ਕੁਝ ਜਾਣਦੇ ਨੇ, ਜੋ ਉਹਨਾਂ ਨੂੰ ਚੰਗਾ ਜੋ ਉਹਨਾਂ ਨੂੰ ਮਾੜਾ ਸਭ ਪਤਾ ਹੈ। ਪਰ ਫਿਰ ਵੀ ਹੈ ਲਾਲ ਜੀ, ਮੈਂ ਮਾਂ ਦੇ ਅੰਦਰ ਜਿਹੜਾ ਮੋਹ ਹੈ ਨਾ, ਜਦੋਂ ਤੁਹਾਡੀ ਮੈਂ ਕੋਈ ਹਾਲਤ ਵੇਖਦੀ ਜਿਹੜੀ ਮੇਰੀ ਸਮਝ ਤੋਂ ਪਰੇ ਹੈ, ਹੋ ਸਕਦਾ ਤੁਸੀਂ ਕੋਈ ਖੇਡ ਕਰ ਰਹੇ ਹੋ, ਪਰ ਮੇਰੀ ਸਮਝ ਤੋਂ ਪਰੇ ਹੈ, ਜਿਸ ਕਰਕੇ ਮੈਂ ਮਾਂ ਦਾ ਮੋਹ ਨਹੀਂ ਛੁੱਟਦਾ। ਮੋਹ ਕਰਕੇ ਮੈਂ ਮਹਾਰਾਜ ਇਹ ਗੱਲ ਕਹਿਣ ਤੋਂ ਰੁਕਦੀ ਨਹੀਂ ਹਾਂ। ਚਿੰਤਾ ਮੈਨੂੰ ਇਸ ਗੱਲ ਦੀ ਵੀ ਮੈਂ ਵੇਖੋ ਤੁਹਾਡੇ ਕੋਲ ਆ ਕੇ ਕਿੰਨਾ ਚਿਰ ਬੈਠੀ ਰਹਿਣੀ ਤੇ ਬਹਿ ਕੇ ਚਲੇ ਜਾਨੀ। ਇਹ ਪੁੱਤਰ ਜੀ ਤੁਸੀਂ ਮੇਰੇ ਨਾਲ ਬੋਲਦੇ ਹੀ ਨਹੀਂ, ਮੇਰੇ ਨਾਲ ਕੋਈ ਬਚਨ ਬਲਾਸ ਹੀ ਨਹੀਂ ਕਰਦੇ। ਹੁਣ ਤਾਂ ਵੇਖੋ ਵੀ ਸ਼ਰੀਕ ਵੀ ਤੇ ਹੋਰ ਵੀ ਕਈ ਲੋਕ ਤਰਕਾਂ ਕਰਦੇ ਆ। ਪਹਿਲਾਂ ਤੁਸੀਂ ਘਰੇ ਆਉਂਦੇ ਸੀ, ਮੇਰੇ ਨਾਲ ਮਾਂ ਕਹਿੰਦੀ ਕਈ ਤਰ੍ਹਾਂ ਦੇ ਬਚਨ ਬਲਾਸ ਕਰਨੇ, ਪੁੱਛਣਾ ਵੀ ਮਾਤਾ ਜੀ ਘਰ ਦੇ ਵਿੱਚ ਕਿਸੇ ਵਸਤੂ ਦੀ ਲੋੜ ਨਹੀਂ। ਹੁਣ ਤਾਂ ਕਦੀ ਤੁਸੀਂ ਕੁਝ ਪੁੱਛਦੇ ਹੀ ਨਹੀਂ ਹੈ, ਚੁੱਪ ਰਹਿੰਦੇ ਹੋ। ਤੇ ਤੁਹਾਡੀ ਜਿਹੜੀ ਇਹ ਹਾਲਤ ਵੇਖ ਕੇ ਹੱਸੇ ਸ਼ਰੀਕ ਕੁਤਰਕ ਕਰ, ਸ਼ਰੀਕ ਵੀ ਹੱਸਦੇ ਨੇ। ਵੇਖੋ ਵੀ ਇਹ ਗੁਜ਼ਰੀ ਜਾਂਦੀ ਹੈ ਆਪਣੇ ਪੁੱਤਰ ਕੋਲ,
ਗੁਰੂ ਗੋਬਿੰਦ ਸਿੰਘ ਇਹਦੇ ਨਾਲ ਕੋਈ ਬਚਨ ਬਲਾਸ ਹੀ ਨਹੀਂ ਕਰਦੇ। ਤੁਹਾਡੀ ਜਿਹੜੀ ਐਸੀ ਹਾਲਤ ਵੇਖ ਕੇ ਸੋਢੀ ਹੱਸਦੇ ਹਨ। ਆ ਪਹਾੜੀਏ ਲੋਕ ਮਹਾਰਾਜ ਕੁਤਰਕਾਂ ਕਰਦੇ ਹਨ। ਬੋਲਤ ਮੋਰਾਈ ਬਹੁਤ ਤਰ੍ਹਾਂ ਦੀ ਮਹਾਰਾਜ ਗੱਲਾਂ ਬਣਾਉਂਦੇ ਆ। ਕੋਈ ਕੁਝ ਕਹਿੰਦਾ ਹੈ ਤੁਹਾਡੀ ਹਾਲਤ ਵੇਖ ਕੇ, ਤੇ ਕੋਈ ਕੁਝ ਬੋਲਦਾ, ਆਪਣੇ ਆਪਣੇ ਅਨੁਮਾਨ ਲਾਉਂਦੇ ਹਨ। ਕਰੀ ਅਰਾਧਨ ਚੰਡਕਾ ਮਹਾਰਾਜ ਕਈ ਤਾਂ ਕਹਿੰਦੇ ਨੇ ਵੀ ਮਹਾਰਾਜ ਨੇ ਚੰਡੀ ਦੀ ਆਰਾਧਨਾ ਕੀਤੀ ਸੀ, ਇਸ ਕਰਕੇ ਇਹਨਾਂ ਦੇ ਉੱਤੇ ਅਸਰ ਹੋ ਗਿਆ। ਕਲ ਯੁਗ ਮੈਂ ਵੀ ਸਾਦੀ ਵੇਖੋ ਵੀ ਕਲਯੁਗ ਦਾ ਸਮਾਂ ਸੀ, ਤੇ ਕਲਯੁਗ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਚੰਡੀ ਸਿੱਧ ਕੀਤੀ ਹੈ। ਇੱਕ ਵਾਰ ਇਸੇ ਕਰਕੇ ਕਈ ਤਾਂ ਮਹਾਰਾਜ ਏਦਾਂ ਕਹਿੰਦੇ ਨੇ ਵੀ ਚੰਡੀ ਦਾ ਆਰਾਧਨ ਕੀਤਾ, ਇਸੇ ਕਰਕੇ ਇੱਕੇ ਵਾਰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਨ ਸਮਾਧੀ ਮਹਾਰਾਜ ਸਾਹਿਬ ਦੀ ਸੁਨ ਸਮਾਧੀ ਲੱਗ ਗਈ ਹੈ। ਭਾਵ ਕਿਸੇ ਨਾਲ ਬੋਲਦੇ ਚਾਲਦੇ ਨਹੀਂ ਹੈ। ਮਹਾਰਾਜ ਇਦਾਂ ਦੀਆਂ ਕੁਤਰਕਾਂ ਕਰਦੇ ਨੇ ਕਈ ਵੀ ਇਹਨਾਂ ਨੇ ਚੰਡੀ ਸਿੱਧ ਤਾਂ ਕਰ ਲਈ ਹੈ, ਪਰ ਜਿਹੜੀ ਚੰਡੀ ਆ ਨਾ ਉਹਦਾ ਤੇਜ ਪ੍ਰਤਾਪ ਮਹਾਰਾਜ ਕੋ ਸਹਾਰਿਆ ਨਹੀਂ ਗਿਆ। ਜਦੋਂ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ ਉਦੋਂ ਵੀ ਇਹੀ ਗੱਲਾਂ ਹੋਈਆਂ। ਕਹਿੰਦੇ ਮਹਾਰਾਜ ਨੇ ਚੰਡੀ ਸਿੱਧ ਕੀਤੀ, ਲੱਗਦਾ ਪੁੱਠੀ ਪੈ ਗਈ ਹੈ। ਮਸੰਦਾਂ ਨੂੰ ਆਪਣੇ ਸਿੱਖਾਂ ਨੂੰ ਮਾਰੀ ਜਾਂਦੇ। ਜਿੱਦਣ 5 ਪਿਆਰੇ ਮਹਾਰਾਜ ਜੀ ਨੇ ਸਾਜੇ ਸਨ, ਉਦਣ ਵੀ ਕਈਆਂ ਨੇ ਇਹ ਗੱਲਾਂ ਕੀਤੀਆਂ ਵੀ ਮਹਾਰਾਜ ਦੇ ਉੱਤੇ ਲੱਗਦਾ ਇਹ ਵੀ ਚੰਡੀ ਦਾ ਅਸਰ ਪੁੱਠਾ ਚੱਲ ਗਿਆ, ਜਿਸ ਕਰਕੇ ਆਪਣੇ ਸਿੱਖਾਂ ਨੂੰ ਵੱਢੀ ਜਾਂਦੇ ਨੇ। ਤੇ ਮਾਤਾ ਗੁਜਰੀ ਜੀ ਜੋ ਗੱਲਾਂ ਸੁਣਦੇ ਨੇ, ਸੁਣ ਕੇ ਮਾਂ ਜੋ ਚਿੰਤਾ ਕਰਦੀ ਹੈ, ਹੁਣ ਉਹ ਮਹਾਰਾਜ ਨੂੰ ਸਿੱਧਾ ਕਹਿ ਕੇ ਵੀ ਹੇ ਸੱਚੇ ਪਾਤਸ਼ਾਹ, ਕਈ ਲੋਕ ਤਾਂ ਤੁਹਾਡੇ ਤੇ ਇਦਾਂ ਹੱਸਦੇ, ਇਦਾਂ ਕੁਤਰਕਾਂ ਕਰਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਯੁਗ ਦੇ ਵਿੱਚ ਚੰਡੀ ਸਿੱਧ ਕੀਤੀ, ਜਿਸ ਕਰਕੇ ਅਸਰ ਪੈ ਗਿਆ ਇਹਨਾਂ ਤੇ ਹੁਣ ਕਿਸੇ ਨਾਲ ਚੰਗੀ ਤਰ੍ਹਾਂ ਨਾ ਬੋਲਦੇ ਨੇ, ਨਾ ਕਿਸੇ ਦੇ ਨਾਲ ਕੋਈ ਗੱਲਬਾਤ ਕਰਦੇ, ਬੋਲਦੇ ਚੱਲਦੇ ਨਹੀਂ ਹਨ। ਬੇਚਤ ਕਹਤੇ ਪਰਸਪਰ ਤੇ ਕਈ ਮਹਾਰਾਜ ਆਪਸ ਦੇ ਵਿੱਚ ਮਿਲ ਕੇ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਹਨ। ਜੋ ਕਾਮ ਅਰੰਭਾ ਉਹ ਕਹਿੰਦੇ ਨੇ ਵੀ ਜਿਹੜਾ ਚੰਡੀ ਨੂੰ ਪ੍ਰਗਟ ਕਰਨ ਦਾ ਮਹਾਰਾਜ ਨੇ ਕੰਮ ਕਾਰਜ ਆਰੰਭ ਕੀਤਾ ਸੀ, ਉਹ ਪੂਰਾ ਹੋਏ ਸੁਨਾਈ ਕਹਿੰਦੇ ਵੀ ਉਹ ਕੰਮ ਪੂਰਾ ਨਹੀਂ ਹੋਇਆ, ਉਹ ਚੰਡੀ ਸਿੱਧ ਨਹੀਂ ਹੋ ਸਕੀ ਮਹਾਰਾਜ ਦੇ ਕੋਲੋਂ। ਪਇਓ ਅਚੰਬਾ ਜਿਸ ਕਰਕੇ ਮਹਾਰਾਜ ਨੂੰ ਬਹੁਤ ਅਚੰਭਾ ਭਾਵ ਹੈਰਾਨੀ ਹੋਈ ਹੈ ਵੀ ਇਹ ਗੱਲ ਵੇਖ ਕੇ ਮਹਾਰਾਜ ਦੇ ਕਹਿੰਦੇ ਵੀ ਮਨ ਤੇ ਦਿਮਾਗ ਤੇ ਅਸਰ ਹੋ ਗਿਆ। ਇਹ ਵੇਖੋ ਆਪਣੇ ਹਿਸਾਬ ਨਾਲ ਗੱਲਾਂ ਬਣਾਉਂਦੇ ਨੇ ਨਾ। ਹੁਣ ਮਾਤਾ ਜੀ ਨੇ ਇੱਥੇ ਜਿੱਦਾਂ ਦੱਸਿਆ ਇਹ ਗੱਲ ਸਿੱਧ ਹੋ ਗਈ। ਕੋਈ ਤਾਂ ਕਹਿੰਦਾ ਹੈ ਵੀ ਚੰਡੀ ਸਿੱਧ ਕਰ ਲਈ ਹੈ, ਆਪਣੇ ਅਨੁਮਾਨ ਲਾਉਂਦੇ ਨੇ, ਕਿਸੇ ਨੂੰ ਪਤਾ ਵੀ ਨਹੀਂ ਵੀ ਚੰਡੀ ਹੈ ਕੀ ਹੈ ਜਾਂ ਕੀ ਨਹੀਂ ਹੈ, ਉਹ ਆਪਣੇ ਅਨੁਮਾਨ ਲਾਉਂਦੇ ਨੇ। ਕੋਈ ਕਹਿੰਦਾ ਵੀ ਚੰਡੀ ਸਿੱਧ ਕਰ ਲਈ ਹੈ ਤਾਂ ਮਹਾਰਾਜ ਤੇ ਅਸਰ ਹੋ ਗਿਆ। ਕੋਈ ਕਹਿੰਦੇ ਆ ਚੰਡੀ ਦਾ ਪੂਜਨ ਆਰੰਭ ਕੀਤਾ ਸੀ, ਕੰਮ ਨੇਪਰੇ ਨਹੀਂ ਚੜਿਆ, ਜਿਸ ਕਰਕੇ ਉਹ ਚੰਡੀ ਦਾ ਪ੍ਰਭਾਵ ਇਹਨਾਂ ਤੇ ਪੈ ਗਿਆ। ਮਹਾਰਾਜ ਬੜੇ ਪਰੇਸ਼ਾਨ ਹੋ ਗਏ ਨੇ, ਤਾਈਓ ਕਿਸੇ ਨਾਲ ਗੱਲਾਂ ਬਾਤਾਂ ਨਹੀਂ ਖੁੱਲ ਕੇ ਕਰਦੇ। ਤੇ ਕਈ ਮਹਾਰਾਜ ਹੋਰ ਹੀ ਢੰਗ ਦੇ ਨਾਲ ਗੱਲਾਂ ਕਰਦੇ ਹਨ, ਉਹ ਹੋਰ ਹੀ ਢੰਗ ਦੇ ਨਾਲ ਕੁਤਰਕਾਂ ਕਰਦੇ ਨੇ ਤੇ ਹੱਸਦੇ ਨੇ। ਸਾਧਕ ਨਿਜ ਸੋ ਉਹ ਹੈ ਸਾਧਕ ਨਿਜ ਜੋ ਕਹਿੰਦੇ ਹਨ ਵੀ ਇਹ ਹਾਲਤ ਮਹਾਰਾਜ ਦੀ ਤਾਂ ਬਣੀ ਹੈ ਵੀ ਜਿਹੜਾ ਬ੍ਰਾਹਮਣ ਸੀ ਨਾ ਕੇਸਵਦਾਸ, ਜਿਹੜਾ ਸਾਧਕ ਸੀ, ਜਿਹਨੇ ਸਾਰਾ ਜੱਗ ਕਰਨਾ ਸੀ, ਚੰਡੀ ਪ੍ਰਗਟ ਕਰਨੀ ਸੀ, ਕਲੀ ਕਾਲ ਤੇ ਪ੍ਰਾਸ ਧਾਰ ਵੀ ਉਹ ਜਦੋਂ ਚੰਡੀ ਪ੍ਰਗਟ ਹੋਣ ਵਾਲੀ ਸੀ ਤੇ ਕਲਯੁਗ ਦਾ ਸਮਾਂ ਜਾਣ ਕੇ ਉਹ ਡਰ ਗਿਆ ਵੀ ਇਸ ਸਮੇਂ ਦੇ ਵਿੱਚ ਚੰਡੀ ਦਾ ਤੇਜ ਨਹੀਂ ਝੱਲਿਆ ਜਾਣਾ। ਇਸ ਕਿਉ ਤਦ ਸੋ ਤੇ ਐਨ ਮੌਕੇ ਤੇ ਜਿਹੜਾ ਕੇਸਵਦਾਸ ਬ੍ਰਾਹਮਣ ਹੈ ਉਹ ਪਹਾੜੀ ਤੋਂ ਖਿਸਕ ਆਇਆ। ਇਤਿਆਦਕ ਮਨ ਭਾਵਤੀ ਇਹ ਮਹਾਰਾਜ ਇਤਿਆਦਕ ਹੋਰ ਵੀ ਮਨ ਭਾਉਂਦੀਆਂ ਜਿਹੜੀਆਂ ਗੱਲਾਂ ਹਨ, ਜਿਵੇਂ ਕਿਸੇ ਨੂੰ ਜੋ ਚੰਗਾ ਲੱਗਦਾ ਬਾਤ ਮਨਾਈ ਬੜੀਆਂ ਗੱਲਾਂ ਬਣਾਉਂਦੇ ਨੇ, ਮਸੰਦ ਗੱਲਾਂ ਕਰਦੇ ਨੇ, ਸੋਢੀ ਗੱਲਾਂ ਕਰਦੇ ਹਨ, ਪਹਾੜੀ ਲੋਕ ਗੱਲਾਂ ਬਣਾਉਂਦੇ ਨੇ। ਕੋਈ ਕਹਿੰਦਾ ਮਹਾਰਾਜ ਨੇ ਚੰਡੀ ਪ੍ਰਗਟ ਤਾਂ ਕਰ ਲਈ ਪਰ ਝੱਲੀ ਨਹੀਂ ਗਈ। ਕੋਈ ਕਹਿੰਦਾ ਵੀ ਚੰਡੀ ਵਾਲਾ ਕੰਮ ਜਿਹੜਾ ਵਿੱਚੇ ਰਹਿਣ ਕਰਕੇ ਮਹਾਰਾਜ ਦੇ ਉੱਤੇ ਅਸਰ ਪੈ ਗਿਆ।
ਕੋਈ ਕਹਿੰਦਾ ਬ੍ਰਾਹਮਣ ਵਿੱਚੋਂ ਹੀ ਭੱਜ ਆਇਆ ਸੀ ਜਿਸ ਕਰਕੇ ਮਰਿਆਦਾ ਪੂਰੀ ਨਾ ਹੋ ਗਈ, ਤਾਂ ਮਹਾਰਾਜ ਦਾ ਰੁਖ ਇਦਾਂ ਦਾ ਹੋ ਗਿਆ, ਸੁਭਾਅ ਇਦਾਂ ਦਾ ਹੋ ਗਿਆ। ਕਿਰਪਾ ਦ੍ਰਿਸ਼ਟ ਕਰ ਆਪ ਤੇ ਇਸ ਕਰਕੇ ਮਹਾਰਾਜ ਮੈਂ ਮਾਂ ਨੂੰ ਬੜੀ ਚਿੰਤਾ ਏ, ਹੇ ਲਾਲ, ਹੇ ਮੇਰੇ ਰਾਮ, ਹੇ ਮੇਰੇ ਸ਼ਿਆਮ, ਕਿਰਪਾ ਕਰੋ ਤੇ ਆਪ ਹੀ ਆਪਣੀ ਦਇਆ ਕਰਕੇ ਹੁਣ ਮੈਨੂੰ ਆਪਣੇ ਮੁਖ ਤੋਂ ਸਾਰੀ ਗੱਲ ਦੱਸੋ ਵੀ ਇਹ ਚੰਡੀ ਪ੍ਰਗਟ ਹੋਣ ਵਾਲੀ ਗੱਲ ਕੀ ਹੈ ਤੇ ਕੀ ਨਹੀਂ ਆ। ਮਾਤ ਪਿਤਾ ਗੁਰਦੇਵ ਕਿਉਂਕਿ ਜਿਹੜੇ ਮਾਂ ਬਾਪ ਹੁੰਦੇ ਨੇ, ਪਾਤਸ਼ਾਹ ਮਾਤਾ ਜੀ ਕਹਿੰਦੇ ਹੇ ਮਹਾਰਾਜ ਉਹ ਵੀ ਗੁਰਦੇਵ ਕੀ ਪੂਜਨੀ ਕੀ ਹੁੰਦੇ ਹਨ, ਮਾਤਾ ਪਿਤਾ ਦਾ ਵੀ ਸਤਿਕਾਰ ਗੁਰੂ ਵਾਂਗ ਹੀ ਕਰਦੇ ਹਨ। ਮਨ ਕੈ ਇਹੋ ਬਾਤੀ ਆਏ ਮੇਰੀ ਗੱਲ ਮੰਨੋ, ਮੈਂ ਮਾਂ ਵੀ ਤੁਹਾਡੇ ਸਤਿਕਾਰਯੋਗ ਹਾਂ। ਜੋ ਮੇਰੇ ਮਨ ਦੀ ਚਿੰਤਾ ਏ ਤੁਸੀਂ ਆਪ ਆਪਣੇ ਮੁਖੋਂ ਦੱਸੋ ਵੀ ਗੱਲ ਬਣੀ ਕੀ ਅਸਲ ਵਿੱਚ। ਕਥਾ ਜੋਗ ਕਹੀਐ ਸਕਲ ਜਿਵੇਂ ਸਹੀ ਗੱਲ ਹੈ, ਕੋਈ ਮੈਨੂੰ ਕੁਝ ਕਹਿੰਦਾ, ਕੋਈ ਮੈਨੂੰ ਕੁਝ ਕਹਿੰਦਾ, ਪਰ ਜਿਹੜੀ ਸਹੀ ਗੱਲ ਹੈ ਮਹਾਰਾਜ ਚੰਡੀ ਕੋਈ ਪ੍ਰਗਟ ਹੋਈ ਹੈ ਜਾਂ ਨਹੀਂ ਹੋਈ ਹੈ ਤੁਸੀਂ ਮੈਨੂੰ ਦੱਸਣਾ ਕਰੋ। ਵਰਤੈ ਸੁਖ ਸ਼ਾਂਤੀ ਜਿਹਦੇ ਨਾਲ ਮੈਨੂੰ ਸੁਖ ਸ਼ਾਂਤੀ ਵਰਤੇ, ਜਿਹਦੇ ਨਾਲ ਮੇਰੇ ਮਨ ਦੀ ਚਿੰਤਾ ਦੂਰ ਹੋ ਜਾਵੇ। ਸੁਨ ਜਨਨੀ ਕੇ ਬੈਨ ਕੋ ਜਦੋਂ ਕਲਗੀਧਰ ਮਹਾਰਾਜ ਨੇ ਆਪਣੀ ਮਾਤਾ ਸ੍ਰੀ ਗੁਜਰੀ ਜੀ ਦੇ ਐਸੇ ਚਿੰਤਾ ਭਰੇ ਬੋਲ ਸੁਣੇ, ਉਠ ਤੂਸ਼ਨ ਚਾਲੇ ਲਾਗੇ ਕੁਝ ਹੋਰ ਸਿੱਖ ਬੈਠੇ ਸਨ ਤੇ ਭੇਦ ਗੁੱਝਾ ਸੀ, ਜਿਸ ਕਰਕੇ ਮਹਾਰਾਜ ਮਾਤਾ ਜੀ ਨੂੰ ਇਸ਼ਾਰਾ ਕੀਤਾ ਵੀ ਮਾਤਾ ਜੀ ਆ ਜਾਓ ਮਗਰ। ਬੋਲੇ ਨਹੀਂ ਤੇ ਚੁੱਪ ਕਰਕੇ ਉੱਠ ਕੇ ਮਹਾਰਾਜ ਆਪਣੇ ਆਸਣ ਤੋਂ ਬਾਹਰ ਨੂੰ ਚੱਲ ਪਏ। ਸ੍ਰੀ ਗੁਜਰੀ ਕੋ ਸੰਗ ਲੈ ਸ੍ਰੀ ਮਾਤਾ ਗੁਜਰੀ ਜੀ ਨੂੰ ਇਸ਼ਾਰੇ ਨਾਲ ਕਿਹਾ ਮਾਤਾ ਜੀ ਆ ਜਾਓ ਮੇਰੇ ਮਗਰ, ਆਪਣੇ ਨਾਲ ਲੈ ਲਿਆ। ਕਹਿਨ ਸੁਖਾਲੇ ਸੁਖਦਾਈ ਵਾਰਤਾ ਕਹਿਣ ਵਾਸਤੇ ਮਾਤਾ ਜੀ ਨੂੰ ਬਾਹਰ ਲੈ ਗਏ। ਏਕ ਸਿਲਾ ਸੁੰਦਰ ਹੋਤੀ ਇੱਕ ਬਹੁਤ ਸੋਹਣੀ ਪੱਥਰ ਦੀ ਸਿਲਾ ਬਣੀ ਹੋਈ ਸੀ। ਇੱਕ ਸਮ ਤਲ ਜਾਈ ਆਏ ਜਿਵੇਂ ਕਈ ਪੱਥਰ ਵਿੰਗੇ ਟੇਢੇ ਗੋਲ ਜੇ ਹੁੰਦੇ ਹਨ, ਕਹਿੰਦੇ ਵੀ ਇਹ ਇੱਕ ਸਮ ਬਰਾਬਰ ਸੀ, ਭਾਵ ਪੱਧਰਾ ਜਿਹਾ ਪੱਥਰ ਸੀ ਜਿਹੜਾ ਬਹਿਣ ਖਲਾਉਣ ਵਾਸਤੇ ਲਿਆ ਕੇ ਮਹਾਰਾਜ ਸਾਹਿਬ ਦੇ ਸੇਵਕਾਂ ਨੇ ਰੱਖਿਆ। ਪਾਤਸ਼ਾਹ ਜੀ ਬਿਨਾਂ ਕੋਈ ਵਿਛਾਈ ਕੀਤਿਆਂ, ਬਿਨਾਂ ਕੋਈ ਰਜਾਈ ਤਲਾਈ ਗੱਦਾ ਵਿਛਾਇਆ, ਸਿੱਧਾ ਜਾ ਕੇ ਪੱਥਰ ਦੇ ਉੱਤੇ ਬੈਠ ਕੇ ਬਿਰਾਜਮਾਨ ਹੋ ਗਏ। ਆਪਣੀ ਮਾਤਾ ਜੀ ਨੂੰ ਵੀ ਪਾਸ ਹੀ ਬਿਠਾ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਓ ਮਾਂ ਜੀ ਇੱਥੇ ਬਹੋ ਮੇਰੇ ਕੋਲ। ਸਾਹਿਬ ਕਹਿਣ ਲੱਗੇ ਮਾਤਾ ਜੀ ਸੁਣਨਾ ਕਰੋ ਜੇ ਤੁਹਾਡੇ ਮਨ ਵਿੱਚ ਚਿੰਤਾ ਹੈ। ਉਂਝ ਤਾਂ ਗੱਲ ਇਹ ਬੜੀ ਕਹਿੰਦੇ ਗੁਪਤ ਹੈ, ਕੁਝ ਖੇਡਾਂ ਹੁੰਦੀਆਂ ਨੇ ਜਿਹੜੀਆਂ ਗੁਪਤ ਰੱਖਣੀਆਂ ਪੈਂਦੀਆਂ, ਹਰ ਇੱਕ ਦੇ ਕਹਿੰਦੇ ਵੀ ਇਹ ਗੱਲਾਂ ਝੱਲਣ ਦੇ ਮੰਨਣ ਦੇ ਸਹਾਰਨ ਦੇ ਯੋਗ ਨਹੀਂ ਹੁੰਦੀਆਂ। ਜਿਹੜੀਆਂ ਰੱਬ ਦੀਆਂ ਸ਼ਕਤੀਆਂ ਦੀਆਂ ਖੇਡਾਂ ਹੁੰਦੀਆਂ ਹਨ, ਇਹ ਕਿਸੇ ਨੂੰ ਕਹਿਣੀ ਭਲੀ ਗੱਲ ਨਹੀਂ ਹੈ ਵੀ ਕੋਈ ਬੰਦਗੀ ਕਰਦੇ ਆ, ਕਿਸੇ ਨੂੰ ਕੋਈ ਚੰਗੀ ਰੂਹਾਨੀ ਸ਼ਕਤੀ ਦੇ ਦਰਸ਼ਨ ਹੋਣ, ਅੰਦਰ ਕੋਈ ਤੇਜ ਪ੍ਰਤਾਪ ਵਧੇ, ਕਹਿੰਦੇ ਵੀ ਇਹ ਦੂਸਰੇ ਦੇ ਕੋਲੋਂ ਪ੍ਰਗਟ ਨਹੀਂ ਕਰਨਾ ਚਾਹੀਦਾ। ਪਰ ਫਿਰ ਵੀ ਮਾਤਾ ਜੀ ਤੁਹਾਡੀ ਹਾਲਤ ਵੇਖ ਕਰਕੇ ਤੁਹਾਡੇ ਮਨ ਦਾ ਸ਼ੰਕਾ ਦੂਰ ਕਰਨ ਦੇ ਲਈ ਇਹ ਗੱਲ ਹੁਣ ਕਹਿਣੀ ਬਣਦੀ ਹੈ ਸਾਨੂੰ। ਅਸੀਂ ਬੜੇ ਦਿਨਾਂ ਤੋਂ ਤੁਹਾਡਾ ਹੱਠ ਵੇਖ ਰਹੇ ਹਾਂ, ਕਈ ਦਿਨਾਂ ਤੋਂ ਤੁਸੀਂ ਆਉਂਦੇ ਹੋ ਤੇ ਅੱਜ ਸਿੱਧਾ ਆ ਕੇ ਸਾਨੂੰ ਕਹਿ ਦਿੱਤਾ, ਜਿਸ ਕਰਕੇ ਤੁਹਾਨੂੰ ਅਸੀਂ ਇੱਥੇ ਇਕੱਲਿਆਂ ਦੱਸਣ ਲਈ ਲੈ ਆਏ ਹਾਂ। ਦੇਵੀ ਭਾਈ ਪ੍ਰਕਾਸ਼ ਜੀ ਕੀ ਮਾਤਾ ਜੀ ਤੁਹਾਨੂੰ ਦੱਸੀਏ ਵੀ ਜਿਹਨੂੰ ਇਹ ਦੇਵੀ ਸਮਝੀ ਫਿਰਦੇ ਹਨ, ਚੰਡੀ ਭਾਈ ਪ੍ਰਤਾਸ਼ ਜਿਮ, ਇਹ ਦੇਵੀ ਤੇ ਚੰਡੀ ਦਾ ਫਰਕ ਹੈ। ਦੇਵੀ ਜਿਹੜੀ ਹੈ ਉਹ ਦੇਵਤੇ ਤੇ ਦੇਵੀਆਂ, ਤੇ ਚੰਡੀ ਨਾਮ ਹੈ ਪਰਮੇਸ਼ਰ ਦੀ ਸ਼ਕਤੀ ਦਾ। ਪਹਾੜੀਏ ਲੋਕ ਕਾਲੀ ਨੂੰ ਚੰਡੀ ਮੰਨਦੇ ਨੇ, ਅਸਲ ਦੇ ਵਿੱਚ ਪਰਮੇਸ਼ਰ ਦੀ ਕੁਦਰਤ, ਪਰਮੇਸ਼ਰ ਦਾ ਪ੍ਰਤਾਪ ਹੀ ਚੰਡੀ ਹੈ ਅਸਲੀ। ਗਲਤ ਲੋਕਾਂ ਨੇ ਚੰਡੀ ਨੂੰ ਗਲਤ ਚੀਜ਼ਾਂ ਦਾ, ਮੂਰਤੀਆਂ ਦਾ ਨਾਮ ਐਸਾ ਦੇਤਾ ਵੀ ਜਿਸ ਕਰਕੇ ਚੰਡੀ ਨਾਮ ਜਦੋਂ ਕੋਈ ਸਿੱਖ ਸੁਣਦਾ ਹੈ ਤਾਂ ਬਹੁਤੇ ਨਫ਼ਰਤ ਕਰਦੇ ਨੇ। ਉਹ ਸਮਝਦੇ ਆ ਵੀ ਇਹ ਕੋਈ ਦੁਰਗਾ ਦਰਗਾ ਜਾਂ ਹੋਰ ਕੋਈ, ਇਹ ਕਾਲੀ ਕੂਲੀ ਦਾ ਨਾਮ ਹੈ, ਜਦੋਂ ਕਿ ਚੰਡੀ ਤੋਂ ਭਾਵ ਹੈ ਪਰਮੇਸ਼ਰ ਦੀ ਸ਼ਕਤੀ, ਜਿਹਨੂੰ ਆਪਾਂ ਕੁਦਰਤ ਵੀ ਕਹਿ ਦਿੰਦੇ ਹਾਂ। ਤੇ ਸਤਿਗੁਰੂ ਮਹਾਰਾਜ ਕਹਿੰਦੇ ਮਾਤਾ ਜੀ
ਜਿਵੇਂ ਚੰਡੀ ਪਰਮੇਸ਼ਰ ਦਾ ਪ੍ਰਕਾਸ਼ ਅਸੀਂ ਵੇਖਿਆ, ਜਿਵੇਂ ਪ੍ਰਤੱਖ ਵਾਹਿਗੁਰੂ ਦੇ ਦਰਸ਼ਨ ਹੋਏ, ਜਿਵੇਂ ਪੰਥ ਰਚਣ ਦਾ ਵਰ ਦੀਨ ਉਦਾਰਾ, ਪੰਥ ਪ੍ਰਗਟ ਹੋਣ ਦਾ ਉਹਨੇ ਬਚਨ ਕਿਹਾ, ਵਰ ਦਿੱਤਾ, ਉਹ ਤੁਹਾਨੂੰ ਦੱਸਦੇ ਹਾਂ। ਵਰ ਦੀਨ ਉਦਾਰਾ ਅਰਥ ਹੋ ਗਏ ਨੇ। ਬ੍ਰਾਹਮਣ ਵਰ ਕੇਸ਼ਵ ਮਿਲੇ। ਉਸ ਤੋਂ ਪਹਿਲਾਂ ਮਾਤਾ ਜੀ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਜਿਹੜੀ ਕੇਸ਼ਵ ਦਾਸ ਵਾਲੀ ਗੱਲ ਹੈ ਨਾ, ਉਹ ਤਾਂ ਅਸੀਂ ਉਹਦਾ ਪਖੰਡ ਜ਼ਾਹਰ ਕਰਨਾ ਸੀ, ਉਹਦਾ ਇਸ ਚੰਡੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿਹੜੀ ਪਰਮੇਸ਼ਰ ਦੀ ਸ਼ਕਤੀ, ਉਹਦਾ ਅਸੀਂ ਆਰਾਧਨਾ ਕੀਤੀ, ਵਾਹਿਗੁਰੂ ਤੇ ਵਾਹਿਗੁਰੂ ਦੀ ਸ਼ਕਤੀ ਪ੍ਰਗਟ ਹੋਈ। ਪਰ ਜਿਹੜਾ ਕੇਸ਼ਵ ਦਾਸ ਦੇ ਬਾਰੇ ਬ੍ਰਾਹਮਣ ਕਹਿੰਦੇ ਸਨ ਵੀ ਕੇਸ਼ਵ ਦਾਸ ਨੇ ਕਹਿੰਦੇ ਚੰਡੀ ਸਿੱਧ ਕੀਤੀ ਹੈ, ਤੇ ਉਹ ਜਗ ਕਰਕੇ ਉਹਨੂੰ ਪ੍ਰਗਟ ਕਰ ਲੈਂਦਾ ਹੈ। ਸਾਹਿਬ ਜੀ ਕਹਿੰਦੇ ਵੀ ਉਹਦਾ ਤਾਂ ਇੱਕ ਪਖੰਡ ਸੀ ਜਿਹੜਾ ਅਸੀਂ ਜ਼ਾਹਰ ਕਰਨਾ ਸੀ ਵੀ ਇਹਨਾਂ ਦੇ ਪੱਲੇ ਕੁਝ ਹੈ ਨਹੀਂ। ਉਹਦੀ ਗੱਲ ਤੁਹਾਨੂੰ ਪਹਿਲਾਂ ਇਹ ਦੱਸਦੇ ਆਂ ਵੀ ਜਿਹੜਾ ਉਹ ਬ੍ਰਾਹਮਣ ਸੀ ਨਾ ਕੇਸ਼ਵ ਦਾਸ, ਜਿਹੜਾ ਪੰਡਤ, ਜਦੋਂ ਉਹ ਸਾਡੇ ਕੋਲ ਆ ਕੇ ਮਿਲਿਆ, ਜਿਵੇਂ ਉਹਨੇ ਦਾਅਵਾ ਕੀਤਾ ਸੀ ਵੀ ਮੈਂ ਚੰਡੀ ਪ੍ਰਗਟ ਕਰ ਸਕਦਾ, ਤੇ ਸਾਹਿਬ ਕਹਿੰਦੇ ਅਸੀਂ ਉਹਨੂੰ ਪੁੱਛਿਆ ਵੀ ਇਹ ਕੇਸ਼ਵ ਦਾਸ ਜੀ ਤੁਸੀਂ ਵਾਕਿਆ ਚੰਡੀ ਪ੍ਰਗਟ ਕਰ ਸਕਦੇ ਹੋ? ਕਿਉਂਕਿ ਅਸੀਂ ਤੁਰਕਾਂ ਦਾ ਨਾਸ਼ ਕਰਨਾ ਚਾਹੁੰਦੇ ਹਾਂ। ਇਹ ਪ੍ਰਵੀਨ ਸਿਆਣੇ ਪੰਡਤ, ਜੇ ਤੂੰ ਚੰਡੀ ਪ੍ਰਗਟ ਕਰ ਸਕਦਾ ਤਾਂ ਦੱਸ। ਤੇ ਮਾਤਾ ਜੀ ਜਦੋਂ ਉਹਨੂੰ ਅਸੀਂ ਕਿਹਾ ਤੇ ਉਹਨੇ ਦਾਅਵਾ ਕੀਤਾ ਵੀ ਬਿਲਕੁਲ ਮੈਂ ਚੰਡੀ ਪ੍ਰਗਟ ਕਰਾਂਗਾ, ਪਰ 1.25 ਲੱਖ ਲਵਾਂਗਾ। ਆ ਜਿਹੜਾ ਨੈਣੇ ਦਾ ਟਿੱਲਾ ਹੈ ਉਹਦੇ ਉੱਤੇ ਜਾ ਕਰਕੇ ਕਹਿੰਦੇ ਵੀ ਸਾਨੂੰ ਉਹਨੇ ਕਿਹਾ ਵੀ ਅਸੀਂ ਜੱਗ ਕਰਾਂਗੇ। ਉਹਨੂੰ ਥਾਂ ਪਸੰਦ ਆ ਗਈ ਤੇ ਉਹਨੇ ਸਾਨੂੰ ਵਿਧੀ ਦੱਸੀ, ਅਸੀਂ ਉਹਦਾ ਪਖੰਡ ਜ਼ਾਹਰ ਕਰਨ ਦੇ ਲਈ ਜਿਵੇਂ ਉਹਨੇ ਕਿਹਾ ਉਹ ਵੀ ਅਸੀਂ ਕੀਤਾ, ਵੀ ਕੋਈ ਕੱਲ ਨੂੰ ਇਹ ਨਾ ਆਖੇ ਵੀ ਉਹਦੀ ਵਿਧੀ ਪੂਰੀ ਨਹੀਂ ਮੰਨੀ ਤਾਂ ਨਹੀਂ ਵੀ ਉਹ ਚੰਡੀ ਪ੍ਰਗਟ ਕਰ ਸਕਿਆ। ਆ ਪਹਾੜ ਦੇ ਉੱਤੇ ਨੈਣੇ ਦੇ ਟਿੱਲੇ ਤੇ ਜਾ ਕੇ, ਜਿਹਨੂੰ ਹੁਣ ਨੈਣਾ ਦੇਵੀ ਕਹਿੰਦੇ ਨੇ ਲੋਕ, ਨੈਣੇ ਦੇ ਟਿੱਲੇ ਤੇ ਜਾ ਕੇ ਮਹਾਰਾਜ ਕਹਿੰਦੇ 4 ਸਫੇਰੇ ਫਿਰ ਕੇ ਵੇਖਿਆ। ਜਿਵੇਂ ਜਿਵੇਂ ਉਸ ਪੰਡਤ ਨੂੰ ਚੰਗਾ ਲੱਗਾ ਉਹ ਉਸੇ ਤਰ੍ਹਾਂ ਅਸੀਂ ਉਹਦੇ ਨਾਲ ਗਏ। ਜਦੋਂ ਉੱਤੇ ਚੜੇ ਤਾਂ ਇੱਕ ਗੁਫਾ ਬਣੀ ਹੋਈ ਉੱਥੇ ਵੇਖੀ, ਛੋਟੀ ਗੁਫਾ ਦੇ ਵਿੱਚ ਵੜ ਗਏ। ਤੇ ਮਾਤਾ ਜੀ ਜਿਵੇਂ ਉਸ ਬ੍ਰਾਹਮਣ ਨੇ ਕਿਹਾ ਨਾ, ਅਸੀਂ ਉਹਦਾ ਪਖੰਡ ਜ਼ਾਹਰ ਕਰਨ ਦੇ ਲਈ ਉਹਦੇ ਕਹਿਣ ਦੇ ਅਨੁਸਾਰ, ਜਿਵੇਂ ਉਹਨੇ ਸਾਨੂੰ ਕਿਹਾ ਏਕਮ ਥਿਤ ਸੀ, ਵੀਰਵਾਰ ਦਾ ਦਿਨ ਤੇ ਮੁਖ ਨਛੱਤਰ ਸੀ। ਉੱਥੇ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਅਸੀਂ ਬੈਠ ਕੇ ਚੌਂਕੜਾ ਮਾਰ ਲਿਆ। ਅਸੀਂ ਤਾਂ ਧਰਮ ਦੀ ਮਰਿਆਦਾ ਨੂੰ ਕਾਇਮ ਕਰਨ ਦੇ ਲਈ ਪਰਮੇਸ਼ਰ ਦਾ ਆਰਾਧਨ ਸ਼ੁਰੂ ਕਰ ਦਿੱਤਾ। ਤੇ ਜਿਹੜਾ ਪੰਡਤ ਸੀ ਉਹਨੇ ਹਵਨ ਦੀ ਮਰਿਆਦਾ ਆਰੰਭ ਕਰਤੀ, ਤੇ ਜਿੰਨਾ ਚਿਰ ਪੰਡਤ ਹਵਨ ਕਰਦਾ ਅਸੀਂ ਉਹਦੇ ਲਾਗੇ ਬਹਿ ਕੇ ਅਸੀਂ ਪਰਮੇਸ਼ਰ ਦਾ ਆਰਾਧਨ ਕਰੀ ਜਾਂਦੇ। ਵਾਹਿਗੁਰੂ ਦੀ ਆਦਿ ਸ਼ਕਤੀ ਜਿਹੜੀ ਹੈ, ਜਿਹੜੀ ਪਰਮੇਸ਼ਰ ਦੀ ਸ਼ਕਤੀ ਦਾ ਨਾਮ ਕੁਦਰਤ ਵੀ ਹੈ, ਉਹ ਪੰਡਤ ਜਿਹੜਾ ਹੈ ਉਹ ਕਾਲੀ ਦੇਵੀ ਨੂੰ ਸ਼ਕਤੀ ਬਣਾ ਕੇ ਉਹਦਾ ਆਰਾਧਨ ਕਰਨ ਲੱਗ ਪਿਆ। ਅਸੀਂ ਧਰਤੀ ਦੇ ਉੱਤੋਂ ਅਧਰਮ ਦਾ ਨਾਸ਼ ਕਰਕੇ, ਧਰਮ ਦਾ ਪ੍ਰਕਾਸ਼ ਕਰਕੇ ਪਾਪੀਆਂ ਦਾ ਭਾਰ ਘਟਾਉਣਾ ਚਾਹੁੰਦੇ ਸਾਂ। ਮਹਾਰਾਜ ਮਾਤਾ ਜੀ ਪਹਿਲੇ ਦਿਨ 5 ਪੈਰ ਚੌਂਕੜਾ ਰੱਖਿਆ। ਬ੍ਰਾਹਮਣ ਨੇ ਸੋਚਿਆ ਵੀ ਮਹਾਰਾਜ ਡਰ ਜਾਣਗੇ ਵੀ ਇੰਨਾ ਬੈਠਾ ਨਹੀਂ ਜਾਣਾ, ਫਿਰ ਮੈਂ ਆਖੂੰਗਾ ਮਹਾਰਾਜ ਫਿਰ ਚੰਡੀ ਵੀ ਨਹੀਂ ਪ੍ਰਗਟ ਹੋਣੀ। ਮਾਤਾ ਜੀ ਜਿਵੇਂ ਉਹ ਹਵਨ ਕਰਦਾ ਸੀ ਉਹਦੀਆਂ ਗੱਲਾਂ ਦੇ ਅਨੁਸਾਰ ਉਹਦਾ ਪਾਪ ਪਖੰਡ ਉਘੇੜਨ ਦੇ ਲਈ ਉਦਾਂ ਹਵਨ ਕਰਦੇ ਰਹੇ। ਫੇਰ ਕੀ ਹੋਇਆ ਵੀ ਫੇਰ ਤਾਂ ਜਿਹੜਾ ਉਹ 1.25 ਪੈਰ ਬਹਿਣ ਲੱਗ ਪਿਆ। 1.25 ਪੈਰ ਜਿਵੇਂ ਉਹ ਕਹਿੰਦਾ ਸੀ ਹਵਨ ਤੇ ਅਸੀਂ ਉਹਦੇ ਲਾਗੇ ਬਹਿ ਜਾਂਦੇ ਵੀ ਇਹ ਵੀ ਨਾ ਗੁੱਸਾ ਕਰੇ। ਫਿਰ ਪੰਡਤ ਮਾਤਾ ਜੀ ਆ ਜਾਂਦਾ ਸੀ ਹੇਠਾਂ, ਤੇ ਅਸੀਂ ਫਿਰ ਆਪਣਾ ਚੌਂਕੜਾ ਮਾਰ ਕੇ ਰਾਤ ਦਿਨ ਦੁਆਦਿਸ਼ ਹੀ ਜਾਮ, ਕਹਿੰਦੇ ਰਾਤ ਵੀ ਤੇ ਦਿਨ ਵੀ, ਰਾਤ ਦਿਨ ਜਾਂ ਦੁਆਦਿਸ਼, ਦੁਆ ਨਾਮ ਹੈ 2 ਦਾ ਤੇ 10 ਨਾਮ ਹੈ 12 ਪੈਰ ਦਾ ਚੌਂਕੜਾ ਲਾ ਲਿਆ। ਤੇ 12 ਪੈਰ ਚੌਂਕੜਾ ਲਾ ਕੇ ਇੱਕ ਪੈਰ ਵਿੱਚੋਂ ਉੱਠਦੇ ਸਾਂ ਤੇ ਫਿਰ 12 ਪੈਰ ਅਸੀਂ ਬੈਠੇ ਰਹਿੰਦੇ ਸਾਂ। ਭਾਵ ਕਿ ਇੱਕ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਚੌਂਕੜਾ ਆਰੰਭ ਕਰਦੇ ਸੀ, ਪਿੱਛੇ ਕਥਾ ਆਈ ਹੈ। ਫਿਰ ਉਹ ਰਾਤ ਵੀ ਚੌਂਕੜਾ ਲੱਗਾ ਰਹਿੰਦਾ, ਅਗਲੇ ਦਿਨ ਵੀ ਲਾਈ ਰੱਖਦੇ।
ਤੇ ਫਿਰ ਜਦੋਂ ਅਗਲੀ ਰਾਤ ਆਉਂਦੀ ਤੇ ਉਦੋਂ ਫਿਰ ਉੱਠ ਕੇ ਕੁਝ ਕੁ ਸਮਾਂ ਸੈਰ ਕਰਦੇ, ਸੁੱਖ ਕਰਦੇ, ਫਿਰ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਲਾਉਂਦੇ, ਫਿਰ ਇਦਾਂ ਅਗਲੇ ਦਿਨ ਤੇ ਅਗਲੀ ਰਾਤ, ਐਵੇਂ 12-12 ਪਹਿਰ ਦਾ ਚੌਂਕੜਾ। ਬ੍ਰਾਹਮਣ ਆਪਣੀ ਮਰਿਆਦਾ ਸਵਾ ਕੁ ਪਹਿਰ ਮਾਤਾ ਜੀ ਕਰ ਜਾਂਦਾ ਸੀ, ਪਰ ਅਸੀਂ ਤਾਂ ਧਰਮ ਸਥਾਪਨਾ ਸੀ ਨਾ, ਜਿਸ ਕਰਕੇ ਅਸੀਂ 12-12 ਪਹਿਰ ਪਰਮੇਸ਼ਰ ਵਿੱਚ ਲਿਵ ਲਾ ਕੇ ਉੱਥੇ ਬੈਠੇ ਰਹਿੰਦੇ। ਜਦੋਂ ਹਮਨ ਕਰਕੇ ਚਲਾ ਜਾਂਦਾ ਤਾਂ ਅਸੀਂ ਵਾਹਿਗੁਰੂ ਦਾ ਆਰਾਧਨ ਕਰਦੇ। ਚੰਡੀ ਦੇਵੀ ਮੂਰਤ ਧਿਆਨ ਧਾਰ, ਚੰਡੀ ਮੂਰਤ ਧਿਆਨ ਧਰ, ਕਹਿੰਦੇ ਚੰਡੀ ਦੇ ਸਰੂਪ ਦਾ ਅਸੀਂ ਧਿਆਨ ਧਾਰਦੇ, ਭਾਵ ਵਾਹਿਗੁਰੂ ਦਾ ਤੇ ਵਾਹਿਗੁਰੂ ਦੀ ਸ਼ਕਤੀ ਦਾ ਕੋਈ ਫਰਕ ਨਹੀਂ, ਪਰਮੇਸ਼ਰ ਦਾ ਧਿਆਨ ਧਰ ਕੇ ਬਹਿ ਜਾਂਦੇ। ਇਹ ਤਾਂ ਕਹਿੰਦੇ ਵੀ ਬੰਦਗੀ ਕਰਦਿਆਂ ਕਰਦਿਆਂ ਦੁਆਤਾ ਇੱਕ ਰੂਪ ਹੋਏ ਗਏ, ਉਹ ਵਾਲੀ ਅਵਸਥਾ ਵੀ ਇੱਕੋ ਰੂਪ ਹੀ ਹੋ ਗਏ ਅਸੀਂ। ਸੁਣ ਕਰ ਕੇਸੋ ਦਾਸ ਕਹਿਓ ਹਿਤ ਦੇਵੀ, ਕੇਸੋ ਦਾਸ ਕਹਿਓ ਹਿਤ ਦੇਵੀ। ਐਵੇਂ ਜਦੋਂ ਮਹਾਰਾਜ ਸਾਹਿਬ ਕਹਿੰਦੇ ਬੰਦਗੀ ਕਰਦਿਆਂ ਕੁਝ ਸਮਾਂ ਲੰਘਿਆ ਤਾਂ ਕੇਸਵ ਦਾਸ ਭੱਜਣਾ ਚਾਹੁੰਦਾ ਸੀ, ਤੇ ਉਹ ਕਹਿਣ ਲੱਗਾ ਮਹਾਰਾਜ ਦੇਵੀ ਪ੍ਰਗਟ ਹੋਣੀ ਵਾਲੀ ਹੈ, ਤੇ ਹੁਣ ਏਦਾਂ ਕਰੀਏ ਵੀ ਜੇ ਦੇਵੀ ਪ੍ਰਗਟ ਹੋਈ ਨਾ ਤੇ ਉਹਨੇ ਕੋਈ ਭੇਟਾ ਮੰਗਣੀ ਆ, ਉਹਨੇ ਕੁਝ ਨਾ ਕੁਝ ਮੰਗਣਾ ਹੈ, ਤਾਂ ਆਪਾਂ ਉਹਨੂੰ ਖੁਸ਼ ਕਰਨ ਦੇ ਲਈ ਭੇਟਾ ਤਿਆਰ ਕਰੀਏ। ਉਹਦਾ ਇਸ਼ਾਰਾ ਸੀ ਵੀ ਸਾਹਿਬਜ਼ਾਦੇ ਅਜੀਤ ਸਿੰਘ ਦੀ ਬਲੀ ਦਈਏ। ਤੇ ਮਹਾਰਾਜ ਕਹਿੰਦੇ ਅਸੀਂ ਉਹਦੇ ਕੋਲ ਸੁਣ ਕੇ ਬੋਲੇ ਵੀ ਪੰਡਤ ਜੀ ਤੁਸੀਂ ਸਾਡੀ ਓਟ, ਸਾਡਾ ਆਸਰਾ ਤੇ ਹੁਣ ਤੁਸੀਂ ਹੋ। ਕਿਉਂਕਿ ਜਿਹੜੇ ਬ੍ਰਾਹਮਣ ਹੁੰਦੇ ਆ ਇਹ ਤਾਂ ਛਤਰੀਆਂ ਦਾ ਕਹਿੰਦੇ ਵੱਡਾ ਆਸਰਾ ਹਨ। ਅਸੀਂ ਬਲੀ ਦੱਸੋ ਕਿਹੜੀ ਦੇ ਦੂ ਸਕਦੇ ਆ, ਤੁਹਾਡਾ ਹੀ ਖੂਨ ਪਵਿੱਤਰ ਹੈ, ਤੁਹਾਡੀ ਬਲੀ ਦੇ ਦੂ ਦਵਾਂਗੇ, ਕਿਉਂਕਿ ਤੁਸੀਂ ਬ੍ਰਾਹਮਣ ਸਦਾ ਹੀ ਸਾਡੇ ਛਤਰੀਆਂ ਦੇ ਕਹਿੰਦੇ ਸਹਾਇਕ ਮਦਦਗਾਰ ਹੁੰਦੇ ਰਹੇ ਹੋ। ਇਸ ਤਰ੍ਹਾਂ ਮਾਤਾ ਜੀ ਜਿਹੜਾ ਬ੍ਰਾਹਮਣ ਸੀ ਨਾ, ਉਹ ਬ੍ਰਾਹਮਣ ਜਿਹੜਾ ਹੈ ਉਹਦੇ ਨਾਲ ਸਾਡੀ ਗੱਲ ਹੋਈ। ਉਹ ਕਈ ਦਿਨ ਲੰਘ ਕੇ, ਕਈ ਦਿਨ ਕੀ ਲੰਘ ਕੇ 5 ਮਹੀਨੇ ਕਰਦਿਆਂ ਕਰਦਿਆਂ ਅਸੀਂ ਬੰਦਗੀ ਆਪਣਾ ਢੰਗ ਦੇ ਨਾਲ ਕਰਦੇ ਰਹੇ। ਬ੍ਰਾਹਮਣ ਜਿਹੜਾ ਸੀ ਉਹ ਆਪਣੀ ਜਗ ਦੀ ਮਰਿਆਦਾ ਪੂਰੀ ਕਰਦਾ ਰਿਹਾ, ਤੇ ਕਰਦਿਆਂ ਕਰਦਿਆਂ ਮਾਤਾ ਜੀ ਜਦੋਂ 10 ਮਹੀਨੇ ਬਤੀਤ ਹੋ ਗਏ, ਜਦੋਂ 11ਵਾਂ ਮਹੀਨਾ ਚੜ ਗਿਆ, ਉਸ ਵੇਲੇ ਜਿਹੜਾ ਬ੍ਰਾਹਮਣ ਸੀ ਆਹੋ ਦੇਨ ਉਪਾਇਨ ਜੁਗਤ ਵਿਚਾਰਤ, ਉਹ ਆਪਣੀ ਜੁਗਤੀ ਵਿਚਾਰਦੇ ਆ ਵੀ ਕਿਤੇ ਮੈਨੂੰ 1.25 ਲੱਖ ਰੁਪਈਆ ਜਿਹੜਾ ਹੈ ਨਾ ਉਹ ਮਹਾਰਾਜ ਭੇਡਾ ਮੇਰੀ ਦੇ ਦੇਣ ਤੇ ਮੈਂ ਇੱਥੋਂ ਭੱਜ ਜਾਵਾਂ। ਮਾਤਾ ਜੀ ਕੇਸਵ ਦਾਸ ਬ੍ਰਾਹਮਣ ਜਿਹੜਾ ਸੀ ਉਹ ਬਹੁਤ ਹੀ ਜ਼ਿਆਦਾ ਦੁਖੀ ਹੋ ਗਿਆ, ਬੜਾ ਡਰਨ ਲੱਗ ਪਿਆ ਵੀ ਚੰਡੀ ਦਾ ਪ੍ਰਗਟ ਕੀ ਕਰਨੀ ਆ ਮੈਂ, ਤੇ ਇਹ ਨਾ ਹੋਵੇ ਵੀ ਮਹਾਰਾਜ ਚੰਡੀ ਨਾ ਪ੍ਰਗਟ ਹੋਵੇ ਤੇ ਕਿਰਪਾਨ ਦੇ ਨਾਲ ਕਿਤੇ ਮੇਰੇ 2 ਹੀ ਡੱਕੜੇ ਕਰਦੇ ਹੋਣ ਵੀ ਤੂੰ ਸਾਡੇ 11 ਮਹੀਨੇ ਖਰਾਬ ਕਰ ਦਿੱਤੇ, ਹੁਣ ਤੇਰੇ ਕੋਲ ਚੰਡੀ ਨਹੀਂ ਪ੍ਰਗਟ ਹੋਏ। ਇਸ ਤਰ੍ਹਾਂ ਮਾਤਾ ਜੀ ਬ੍ਰਾਹਮਣ ਦਾ ਜਿਹੜਾ ਮਨ ਸੀ ਨਾ ਉਹ ਦਿਲ ਦਿਨੋਂ ਦਿਨ ਘਟਣ ਲੱਗ ਪਿਆ। ਜਿਉਂ-ਜਿਉਂ ਸਾਲ ਦਾ 12ਵਾਂ ਮਹੀਨਾ ਚੜ ਗਿਆ ਤਾਂ ਬ੍ਰਾਹਮਣ ਦਾ ਦਿਲ ਘਟਣ ਲੱਗ ਪਿਆ ਵੀ ਚੰਡੀ ਦਾ ਪ੍ਰਗਟ ਹੋਣੀ ਕੋਈ ਨਹੀਂ ਹੈ ਤੇ ਮੇਰਾ ਕੀ ਬਣੇਗਾ। ਇਸ ਤਰ੍ਹਾਂ ਸਾਡੇ ਨੇੜੇ ਉਹਨੇ ਬਹਾਨਾ ਜਿਹਾ ਬਣਾ ਕੇ ਮਾਤਾ ਜੀ ਇਹ ਗੱਲ ਕਹੀ ਵੀ ਏਦਾਂ ਕਰੀਏ ਵੀ ਮਹਾਰਾਜ ਚੰਡੀ ਪ੍ਰਗਟ ਹੋਣ ਵਾਲੀ ਹੈ ਤੇ ਉਹਦੇ ਵਾਸਤੇ ਆਪਾਂ ਕੁਝ ਨਾ ਕੁਝ ਕੋਈ ਭੇਟਾ ਤਿਆਰ ਕਰਕੇ ਰੱਖੀਏ, ਕੁਝ ਨਾ ਕੁਝ ਉਹਨੂੰ ਭੇਟਾ ਦਈਏ। ਇਹ ਕਹਿ ਕੇ ਮਾਤਾ ਜੀ ਉਹ ਬ੍ਰਾਹਮਣ ਤਾਂ ਜਿਹੜਾ ਸੀ ਉਹ ਪਹਾੜੀ ਤੋਂ ਹੇਠਾਂ ਉਤਰ ਆਇਆ, ਉਹ ਤਾਂ ਭੱਜ ਗਿਆ ਉੱਥੋਂ। ਤੇ ਅਸੀਂ ਉਸ ਵੇਲੇ ਕੀ ਕੀਤਾ, ਜਦੋਂ ਕੁਝ ਸਮਾਂ ਡੀਕਿਆ ਬ੍ਰਾਹਮਣ ਨੂੰ, ਇਹ ਜਾਮ ਦੇ ਉਸ ਕਹਿੰਦੇ ਵੀ ਇੱਕ ਪਹਿਰ ਤਾਈਂ ਡੀਕਦੇ ਰਹੇ, 4 ਘੜੀਆਂ ਹੋਰ ਡੀਕਿਆ। ਡੀਕ ਡੂਕ ਕੇ ਜਦੋਂ ਵੇਖਿਆ ਵੀ ਪੰਡਤ ਹੋਣੀ ਤਾਂ ਆਏ ਨਹੀਂ, ਜਿੰਨੀ ਸਮੱਗਰੀ ਪਈ ਸੀ ਉਹ ਸਾਰੀ ਸਮੱਗਰੀ ਚੁੱਕ ਕੇ ਅਸੀਂ ਹਵਨ ਦੇ ਵਿੱਚ ਪਾ ਦਿੱਤੀ। ਜਿਸ ਕਰਕੇ ਬਹੁਤ ਜ਼ਿਆਦੀਆਂ ਉਹਦੇ ਵਿੱਚੋਂ ਲਾਟਾਂ ਨਿਕਲੀਆਂ। ਇੱਕ ਵਾਰ ਜਦੋਂ ਸਾਰੀ ਸਮੱਗਰੀ ਸੁੱਟੀ ਤੇ ਉਹ ਉੱਚੀਆਂ ਉੱਚੀਆਂ ਲਾਟਾਂ ਨਿਕਲੀਆਂ, ਪਹਾੜ ਚਮਕ ਉੱਠੇ ਇੱਕ ਵਾਰ। ਤੇ ਉਹ ਜਿਹੜੀਆਂ ਲਾਟਾਂ ਨਿਕਲੀਆਂ ਵੇਖ ਕੇ ਦੂਰ ਦੂਰ ਜਿਹੜੇ ਪਹਾੜੀਏ ਸਨ ਉਹਨਾਂ ਨੇ ਵਿਚਾਰ ਲਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਪ੍ਰਗਟ ਕਰ ਲਈ ਆ।
ਦਮਕਿਆ ਸੂਰਜ ਚੰਦ। ਕਹਿੰਦੇ ਕੀ ਬਿਜਲੀ ਤੇ ਕੀ ਸੂਰਜ ਤੇ ਕੀ ਚੰਦਰਮਾ। ਦਮਕਿਓ ਬਦਨ ਪ੍ਰਕਾਸ਼ ਬਿਲਾ। ਮਾਤਾ ਜੀ ਬੜਾ ਹੀ ਉੱਥੇ ਇੱਕਦਮ ਭਾਂਬੜ ਜਿਹਾ ਮਚਿਆ, ਬੜਾ ਪ੍ਰਕਾਸ਼ ਹੋਇਆ, ਜਿਸ ਕਰਕੇ ਇਹਨਾਂ ਸਾਰਿਆਂ ਕਿਸੇ ਨੇ ਆਪਣਾ ਅੰਦਾਜ਼ਾ ਲਾ ਲਿਆ ਵੀ ਚੰਡੀ ਪ੍ਰਗਟ ਹੋ ਗਈ ਹੈ, ਤੇ ਕਿਸੇ ਨੇ ਅੰਦਾਜ਼ਾ ਲਾ ਲਿਆ ਵੀ ਕੰਮ ਜਿਹੜਾ ਹੈ ਵਿੱਚੇ ਅੜ ਗਿਆ ਹੈ। ਅਸਲ ਦੇ ਵਿੱਚ ਇਹ ਜਿਹੜਾ ਬ੍ਰਾਹਮਣ ਸੀ ਨਾ ਮਾਤਾ ਜੀ, ਇਹ ਬ੍ਰਾਹਮਣ ਚੰਡੀ ਪ੍ਰਗਟ ਕਰ ਹੀ ਨਹੀਂ ਸੀ ਸਕਦਾ। ਇਹਨਾਂ ਨੇ ਲੋਕਾਂ ਨੂੰ ਠੱਗਣ ਦੇ ਢੰਗ ਤਰੀਕੇ ਬਣਾਏ ਸਨ, ਜਿਸ ਕਰਕੇ ਲੋਕਾਂ 'ਚ ਗੱਲ ਉਹ ਅੱਗ ਬਲਦੀ ਵੇਖ ਕੇ ਚੱਲ ਪਈ ਵੀ ਅਸੀਂ ਚੰਡੀ ਪ੍ਰਗਟ ਕੀਤੀ ਹੈ। ਹਾਂ, ਚੰਡੀ ਪ੍ਰਗਟ ਕੀਤੀ ਹੈ, ਪਰ ਜਿਹੜੀ ਅਸਲੀ ਚੰਡੀ ਹੈ ਉਹ ਇੱਦਾਂ ਦੂਜਿਆਂ ਨੂੰ ਥੋੜ੍ਹਾ ਦਿਖਦੀ ਹੈ। ਜਿਹੜਾ ਅਸਲੀ ਪ੍ਰਕਾਸ਼ ਹੈ, ਇੱਕ ਅੱਗ ਦਾ ਪ੍ਰਕਾਸ਼ ਹੈ, ਉਹ ਤਾਂ ਸਾਰਿਆਂ ਨੂੰ ਦਿਖਦਾ, ਪਰ ਜਿਹੜੇ ਬ੍ਰਹਮ ਗਿਆਨੀ ਕੋਈ ਬੰਦਗੀ ਕਰਦੇ, ਜਦੋਂ ਉਹਨਾਂ ਨੂੰ ਪ੍ਰਕਾਸ਼ ਹੁੰਦਾ ਹੈ ਉਹਨਾਂ ਨੂੰ ਦਿਖਦਾ, ਲਾਗੇ ਬੈਠੇ ਨੂੰ ਵੀ ਨਹੀਂ ਦਿਖਦਾ। ਜਿਸ ਕਰਕੇ ਮਾਤਾ ਜੀ ਉਹ ਬ੍ਰਾਹਮਣ ਤਾਂ ਭੱਜ ਆਇਆ ਉੱਥੋਂ ਡਰਦਾ, ਉਹਦਾ ਤਾਂ ਅਸੀਂ ਪਾਜ ਉਘੇੜ ਦਿੱਤਾ। ਪਰ ਹਾਂ, ਤੁਸੀਂ ਸਾਡੇ ਮਾਤਾ ਜੀ ਹੋ, ਇੰਨੀ ਕੁ ਗੱਲ ਤੁਹਾਨੂੰ ਦੱਸਦੇ ਹਾਂ ਵੀ ਇਹ ਵੀ ਗੱਲ ਠੀਕ ਹੈ ਵੀ ਜਿਹੜਾ ਅਸੀਂ ਵੱਖਰਾ ਬੈਠ ਕੇ ਚੌਂਕੜਾ ਮਾਰਦੇ ਸਨ ਤੇ ਚੌਂਕੜਾ ਮਾਰ ਕੇ ਪਰਮੇਸ਼ਰ ਦਾ ਆਰਾਧਨ ਕਰਦੇ ਸਾਂ, ਉਸ ਆਰਾਧਨ ਦਾ ਸਦਕਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦਾ ਬੜਾ ਤੇਜ ਪ੍ਰਕਾਸ਼ ਹੋਇਆ। ਉਹ ਤੇਜ ਪ੍ਰਕਾਸ਼ ਦੇ ਵਿੱਚੋਂ ਮਾਤਾ ਜੀ ਬੜੀ ਗਰਜਵੀਂ ਆਵਾਜ਼ ਆਈ, ਤੇ ਜਦੋਂ ਗਰਜਵੀਂ ਆਵਾਜ਼ ਆਈ ਤੇ ਵਾਹਿਗੁਰੂ ਨੇ ਖੁਸ਼ ਹੋ ਕੇ ਕਿਹਾ, ਉਸ ਵੇਲੇ ਕਿਹਾ, ਹੇ ਪੁੱਤਰ, ਕਿਉਂਕਿ ਮਹਾਰਾਜ ਨੇ ਕਿਹਾ ਸੀ ਨਾ ਵੀ ਰੱਬ ਨੇ ਸਾਨੂੰ ਕਿਹਾ ਵੀ ਮੈਂ ਆਪਣਾ ਸੁਧ ਤੋਹੇ ਨਿਵਾਜਾ, ਵੀ ਮੈਂ ਆਪਣਾ ਪੁੱਤਰ ਬਣਾ ਕੇ ਤੁਹਾਨੂੰ ਨਵਾਜ ਕੇ ਭੇਜ ਰਿਹਾ। ਤੇ ਸਾਹਿਬ ਜੀ ਕਹਿੰਦੇ ਵੀ ਅਕਾਲ ਪੁਰਖ ਦੀ ਸ਼ਕਤੀ, ਅਕਾਲ ਪੁਰਖ ਦਾ ਪ੍ਰਕਾਸ਼ ਕਹਿ ਲਓ। ਹੁਣ ਉਹਨੂੰ ਕੋਈ ਚੰਡੀ ਕਹਿ ਲਵੇ, ਉਹਨੂੰ ਵਾਹਿਗੁਰੂ ਦਾ ਪ੍ਰਕਾਸ਼ ਕੋਈ ਕਹਿ ਲਵੇ, ਉਹਨੂੰ ਕਹਿ ਲਵੇ ਵੀ ਵਾਹਿਗੁਰੂ ਜੀ ਆਪ ਪ੍ਰਗਟ ਹੋਏ ਨੇ। ਉਹ ਪ੍ਰਗਟ ਹੋ ਕੇ ਕਹਿਣ ਲੱਗੇ ਤੁਸੀਂ ਬੰਦਗੀ ਹੇਮਕੁੰਟ ਤੇ ਵੀ ਕੀਤੀ, ਇੱਥੇ ਆ ਕੇ ਵੀ ਬੰਦਗੀ ਕੀਤੀ, ਜਿਸ ਕਰਕੇ ਜਿਹੜੇ ਪੰਥ ਨੂੰ ਚਲਾਉਣ ਦਾ ਤੁਹਾਨੂੰ ਹੁਕਮ ਹੋਇਆ, ਜਿਸ ਪੰਥ ਨੂੰ ਚਲਾਉਣ ਲਈ ਤੁਸੀਂ ਸਾਡੀ ਸਹਾਇਤਾ ਮੰਗੀ, ਉਹ ਤੁਹਾਡੀ ਅਸੀਂ ਮਦਦ ਕਰਾਂਗੇ। ਹੁਣ ਸ਼ਾਇਦ ਕੇਸਾਂ ਦੇ ਪੰਥ ਸਾਜੋ, ਕੇਸਾਂ ਧਾਰੀ ਖਾਲਸਾ ਕਹਿੰਦੇ ਵੀ ਪ੍ਰਗਟ ਹੋਏ। ਇੱਦਾਂ ਦਾ ਮਾਤਾ ਜੀ ਬੜਾ ਭਾਰੀ ਬਲ ਵਾਲਾ ਖਾਲਸਾ ਰਚਣ ਦੇ ਵਾਸਤੇ ਪਰਮੇਸ਼ਰ ਦੀ ਸ਼ਕਤੀ ਨੇ ਸਾਨੂੰ ਵਰ ਦਿੱਤਾ। ਅਤੇ ਜਦੋਂ ਵਰ ਮਿਲਿਆ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਅਸੀਂ ਬੜੀ ਮਹਾਨ ਤੋਂ ਮਹਾਨ ਮਹਿਮਾ ਕਹੀ। ਹਾਂਜੀ, ਤੇ ਇਹਦਾ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ, ਉਹਨੇ ਸਾਨੂੰ ਕਿਹਾ ਜਦੋਂ ਤੁਸੀਂ ਪੰਥ ਪ੍ਰਗਟ ਕਰੋਗੇ, ਤੇ ਪੰਥ ਪ੍ਰਗਟ ਕਰਨ ਤੋਂ ਬਾਅਦ ਜਦੋਂ ਤੁਹਾਨੂੰ ਸਾਡੀ ਲੋੜ ਪਵੇਗੀ, ਉਸ ਵੇਲੇ ਕਹਿੰਦੇ ਵੀ ਅਸੀਂ ਤੁਹਾਡੇ ਪਾਸ ਆਵਾਂਗੇ। ਜਦੋਂ ਤੁਹਾਡਾ ਜਿੰਨਾ ਚਿਰ ਤੁਸੀਂ ਸਰੀਰ ਕਰਕੇ ਹਾਜ਼ਰ ਹੋ, ਵਾਹਿਗੁਰੂ ਜੀ ਦੀ ਸ਼ਕਤੀ ਨੇ ਕਿਹਾ ਉਹਨਾਂ ਚਿਰ ਮੈਂ ਨਹੀਂ ਆਵਾਂਗੀ, ਕਿਉਂਕਿ ਤੁਸੀਂ ਸਮਰੱਥ ਹੋ। ਜਦੋਂ ਸਰੀਰ ਕਰਕੇ ਤੁਸੀਂ ਮਹਾਰਾਜ ਚਲੇ ਗਏ, ਉਹ ਤੋਂ ਬਾਅਦ ਮੈਂ ਤੁਹਾਡੇ ਪੰਥ ਦੇ ਵਿੱਚ ਸ਼ਕਤੀ ਜਿਹੜੀ ਪ੍ਰਗਟ ਹੋਵਾਂਗੀ। ਜਦੋਂ ਤੁਹਾਡੇ ਸਰੀਰ ਨੂੰ ਸੱਚਖੰਡ ਗਿਆ 40 ਸਾਲ ਬਤੀਤ ਹੋ ਜਾਣਗੇ। ਪ੍ਰਗੜੀ ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਹੈ, ਰਾਜ ਭਾਗ ਨਾਸ ਹੋ ਜਾਵੇਗਾ। ਤੇ ਮਹਾਰਾਜ ਕਹਿੰਦੇ ਅਕਾਲ ਪੁਰਖ ਨੇ ਸਾਨੂੰ ਵਰ ਦਿੱਤਾ ਹੈ ਵੀ ਜਿਹੜੀ ਤੁਹਾਡੀ ਆਸਾ ਹੈ ਧਰਮ ਨੂੰ ਪ੍ਰਗਟ ਕਰਨ ਦੀ, ਉਹ ਪੂਰੀ ਹੋਵੇਗੀ। ਖਾਲਸੇ ਪੰਥ ਦਾ ਰਾਜ ਸਭ ਥਾਵਾਂ ਤੇ ਪ੍ਰਕਾਸ਼ ਹੋਵੇਗਾ। ਇਸ ਤਰ੍ਹਾਂ ਮਾਤਾ ਜੀ ਉਹ ਪਰਮੇਸ਼ਰ ਅਕਾਲ ਪੁਰਖ ਵੱਲੋਂ ਸਾਨੂੰ ਸ੍ਰੀ ਸਾਹਿਬ ਪ੍ਰਾਪਤ ਹੋਈ ਆ। ਹੁਕਮ ਹੋਇਆ ਵੀ ਇਹ ਸ੍ਰੀ ਸਾਹਿਬ ਦੇ ਨਾਲ ਖੰਡਾ ਵੀ, ਇਹ ਖੰਡਾ ਜਿਹੜਾ ਹੈ, ਇਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦਿਆਂ ਹੋਇਆਂ ਇਸ ਖੰਡੇ ਨੂੰ ਕਹਿੰਦੇ ਵੀ ਵਿੱਚ ਪਤਾਸੇ ਪਾ ਕਰਕੇ ਪਾਹੁਲ ਦੇ ਜਲ ਮਾਧੁਰ ਫੇਰਾ, ਕਹਿੰਦੇ ਵੀ ਵਿੱਚ ਪਤਾਸੇ ਪਾ ਕੇ ਜਲ ਪਾ ਕੇ ਲੋਹੇ ਦੇ ਬਾਟੇ ਦੇ ਵਿੱਚ ਇਹ ਖੰਡਾ ਫੇਰਨਾ ਹੈ।
ਤੇ ਖੰਡਾ ਫੇਰਦਿਆਂ ਹੋਇਆ ਕਹਿੰਦੇ ਵੀ ਤੁਸੀਂ ਜਦੋਂ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਸਜਾ ਕੇ ਪੰਥ ਨੂੰ ਛਕਾਓਗੇ, ਜਦੋਂ ਤੁਹਾਡਾ ਖਾਲਸਾ ਪੰਥ ਤਿਆਰ ਗੁਰ ਤਿਆਰ ਹੋਵੇਗਾ। ਜਦੋਂ ਵੀ ਪੰਥ ਨੂੰ ਲੋੜ ਪਵੇਗੀ, ਵਾਹਿਗੁਰੂ ਵੱਲੋਂ ਮਾਤਾ ਜੀ ਸਾਨੂੰ ਵਰ ਮਿਲਿਆ ਏ ਵੀ ਤੁਸੀਂ ਜਦੋਂ ਚੇਤੇ ਕਰੋਗੇ ਤੁਹਾਡੀ ਸਹਾਇਤਾ ਲਈ, ਪੰਥ ਦੀ ਸਹਾਇਤਾ ਲਈ ਮੈਂ ਆਵਾਂਗਾ। ਰਾਜ ਪੰਥ ਕੀ ਰਾਖ ਵਧਾਉ, ਤੇ ਖਾਲਸੇ ਪੰਥ ਦੀ ਜਿਹੜੀ ਲੱਜਾ ਹੈ ਉਹ ਆਪ ਰੱਖ ਕੇ ਪੰਥ ਨੂੰ ਵਧਾਵਾਂਗਾ, ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰਾਂਗਾ। ਇਸ ਦਿਨ ਤੇ ਮਾਤਾ ਸੁਣ ਘਟਕੀ। ਉਸ ਦਿਨ ਤੋਂ ਇਹ ਮਾਤਾ ਜੀ ਜਿੱਦਣ ਅਸੀਂ ਪਰਮੇਸ਼ਰ ਦੀ ਇਹ ਜਿਹੜੀ ਖੇਡ ਹੈ ਨਾ ਇਹ ਵਰਤੀ, ਇੱਕ ਤਾਂ ਬਾਹਮਣ ਦਾ ਪਾ ਜੋ ਘੇੜਤਾ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ, ਉਹਦਾ ਭੱਜ ਆਇਆ ਵੀ ਇਹ ਕੋਈ ਇਹੋ ਜਿਹੀ ਚੰਡੀ ਚੁੰਡੀ ਨਹੀਂ ਹੈ। ਕਿਉਂਕਿ ਕਲਗੀਧਰ ਮਹਾਰਾਜ ਜਦੋਂ ਪਹਾੜੀ ਤੋਂ ਉਤਰੇ ਸਨ ਨਾ, ਕਥਾ ਆਪਾਂ ਪਿੱਛੇ ਸੁਣੀ ਹੈ, ਤੇ ਸਿੰਘ ਕਹਿਣ ਲੱਗੇ, ਸੰਗਤ ਕਹਿੰਦੀ ਮਹਾਰਾਜ ਬੜਾ ਚਾਨਣ ਜਿਹਾ ਹੋਇਆ ਕਿ ਉਹ ਚੰਡੀ ਪ੍ਰਗਟ ਹੋਈ। ਤੇ ਸਾਹਿਬਾਂ ਨੇ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਕੱਢ ਕੇ ਕਿਹਾ ਸੀ ਵੀ ਸ੍ਰੀ ਸਾਹਿਬ ਇਹੀ ਕਹਿੰਦੇ ਚੰਡੀ ਹੈ, ਕਹਿੰਦੇ ਵੀ ਇਹਨੇ ਹੀ ਕੰਮ ਆਉਣਾ ਹੈ। ਕਿਉਂਕਿ ਉਹ ਬਾਹਮਣ ਕਹਿੰਦਾ ਮਹਾਰਾਜ ਬਹਾਨਾ ਜਿਹਾ ਬਣਾ ਕੇ ਵੀ ਪੁੱਤਰ ਦੀ ਬਲੀ ਦੇਣੀ ਪਊਗੀ, ਇਸ ਤਰ੍ਹਾਂ ਗੱਲ ਬਣਾਈ ਉਹਨੇ ਵੀ ਚੰਡੀ ਪ੍ਰਗਟ ਹੋਣੀ ਹੈ, ਮਹਾਰਾਜ ਬਲੀ ਦੇਣੀ ਪਵੇਗੀ। ਉਹ ਦੇਵੀ ਉੱਦਾਂ ਖੁਸ਼ ਨਹੀਂ ਹੋਏਗੀ, ਦੇ ਬਲੀ ਵੀ ਤੁਹਾਡੇ ਪਵਿੱਤਰ ਖੂਨ ਦੀ ਹੋਵੇ। ਕਹਿਣ ਦਾ ਭਾਵ ਸੀ ਵੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਬਲੀ ਦੇ ਦਿਓ। ਤੇ ਕਲਗੀਧਰ ਸਾਹਿਬ ਜੀ ਕਹਿੰਦੇ ਪੰਡਤ ਕੇਸ਼ਵ ਦਾਸ ਬਲੀ ਕਿਸ ਖੂਨ ਦੀ ਦੇਣੀ ਚਾਹੀਦੀ, ਕਹਿੰਦੇ ਜਿਹੜਾ ਖੂਨ ਪਵਿੱਤਰ ਹੋਵੇ। ਤੇ ਮਹਾਰਾਜ ਕਹਿੰਦੇ ਹੇ ਬ੍ਰਾਹਮਣ ਜੀ, ਚੌਹਾਂ ਵਰਣਾਂ ਦੇ ਵਿੱਚੋਂ ਬ੍ਰਾਹਮਣ ਸਭ ਤੋਂ ਉੱਤਮ ਹੈ ਤੇ ਬ੍ਰਾਹਮਣ ਦਾ ਖੂਨ ਸਭ ਤੋਂ ਉੱਤਮ ਹੈ, ਪਵਿੱਤਰ ਹੈ। ਇਸ ਕਰਕੇ ਤੁਹਾਡੀ ਬਲੀ ਦੇ ਦਿੰਦੇ ਆ, ਫਿਰ ਤੁਹਾਨੂੰ ਜੀਂਦਿਆ ਕਰ ਲਾਂਗੇ। ਕੇਸ਼ਵ ਦਾਸ ਹੋਣੀ ਪਿਸ਼ਾਬ ਦਾ ਬਹਾਨਾ ਬਣਾ ਕੇ ਜਾਂ ਮਹਾਰਾਜ ਮੈਂ ਬਲੀ ਦਾ ਪ੍ਰਬੰਧ ਕਰਦਾ ਆਉਣਾ ਹੈ, ਉਹ ਮੁੜ ਕੇ ਪਹਾੜੀ ਦੇ ਗਏ ਨਹੀਂ ਸੀ ਵੀ ਕਿਤੇ ਮੇਰਾ ਸਿਰ ਵੱਢ ਕੇ ਨਾ ਮਹਾਰਾਜ ਹਵਨ ਵਿੱਚ ਸੁੱਟਦੇ ਆਉਣਾ। ਤੇ ਉਹਦਾ ਤਾਂ ਪਾਜ ਏਦਾਂ ਉਹ ਘੇੜ ਦਿੱਤਾ। ਪਰ ਅਸਲ ਵਿੱਚ ਵੀ ਮਾਤਾ ਜੀ ਜਿਹੜੀ ਸ਼ਕਤੀ ਪ੍ਰਗਟ ਹੋਈ ਉਹਦੇ ਬਾਰੇ ਕਿਸੇ ਨੂੰ ਕੀ ਪਤਾ, ਉਹ ਸ਼ਕਤੀ ਕਿਸੇ ਨੂੰ ਦਿਖਦੀ ਥੋੜਾ। ਉਹ ਜਿਹੜਾ ਪਰਮੇਸ਼ਰ ਅਕਾਲ ਪੁਰਖ ਦਾ ਜਿਹੜਾ ਆਰਾਧਨ ਕਰੇ ਪ੍ਰਕਾਸ਼ ਉਸੇ ਨੂੰ ਆਉਂਦਾ ਹੈ। ਆਪਾਂ ਕਹਿ ਦਿੰਦੇ ਨਾ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹੁਣ ਇਹ ਜਿਹੜਾ ਚਾਨਣ ਹੈ ਇਹ ਜਿਹਦੇ ਅੰਦਰ ਹੁੰਦਾ ਹੈ ਉਹਨੂੰ ਪਤਾ ਹੈ, ਦੂਜਾ ਬੰਦਾ ਥੋੜਾ ਜਾਣ ਸਕਦਾ ਹੈ। ਐਵੇਂ ਪਰਮੇਸ਼ਰ ਤੇ ਪਰਮੇਸ਼ਰ ਦੀ ਸ਼ਕਤੀ ਵੱਖ ਨਹੀਂ। ਵਾਹਿਗੁਰੂ ਦੀ ਸ਼ਕਤੀ ਮਹਾਰਾਜ ਕਹਿੰਦੇ ਪ੍ਰਗਟ ਜ਼ਰੂਰ ਹੋਈ। ਉਹਨੇ ਕਿਹਾ ਮੈਂ ਤੁਹਾਡੇ ਪੰਥ ਦੀ ਰੱਖਿਆ ਕਰਾਂਗੀ। ਤੇ ਮਾਤਾ ਜੀ ਜਿੱਦਣ ਤੋਂ ਸਾਨੂੰ ਅਕਾਲ ਪੁਰਖ ਦੇ ਦਰਸ਼ਨ ਹੋਏ ਨੇ, ਉਸ ਦਿਨ ਤੋਂ ਜਿਹੜਾ ਸਾਡਾ ਮਨ ਹੈ ਨਾ, ਉਸ ਦਿਨ ਤੋਂ ਸਾਡਾ ਮਨ ਸੁਣ ਮਾਤਾ ਜੀ, ਉਸ ਦਿਨ ਤੋਂ ਸਾਡੇ ਮਨ ਦੇ ਵਿੱਚ ਕੋਈ ਨਿਰਾਲੀ ਖੇਡ ਜੀ ਵਰਤ ਗਈ ਹੈ। ਇਸ ਦਿਨ ਤੇ ਮਾਤਾ ਸੁਣ ਘਟਕੀ। ਦਿਲ ਦੀ ਜਿਹੜੀ ਗੱਲ ਸੀ ਜਦੋਂ ਮਾਤਾ ਜੀ ਨੇ ਸੁਣੀ, ਜਗਤ ਰੀਤ ਛਟਪਟ ਸਭ ਛੁਟਕੀ। ਮਾਤਾ ਜੀ ਜਿਹੜੀਆਂ ਜਗਤ ਦੀਆਂ ਰੀਤੀਆਂ ਹੁੰਦੀਆਂ ਨਾ, ਲੋਕਾਂ ਨਾਲ ਬੋਲਣਾ ਚੱਲਣਾ ਬਹਿਣਾ ਖਲੋਣਾ, ਇਹ ਜਗਤ ਦੀ ਰੀਤ ਸਾਡੀ ਸਾਰੀ ਛੁੱਟ ਗਈ ਹੈ। ਹੁਣ ਸਾਡਾ ਕੇਵਲ ਜਿਹੜਾ ਧਿਆਨ ਹੈ ਉਹ ਪੰਥ ਨੂੰ ਪ੍ਰਗਟ ਕਰ ਤੇ ਦਿੱਤਾ ਹੈ। ਹੁਣ ਇਸ ਪੰਥ ਦਾ ਰਾਜ ਕਿਵੇਂ ਕਾਇਮ ਕਰਨਾ ਹੈ, ਧਰਮ ਨੂੰ ਕਿਵੇਂ ਬਚਾਉਣਾ ਹੈ, ਅਧਰਮ ਦਾ ਨਾਸ਼ ਕਿਵੇਂ ਕਰਨਾ ਹੈ, ਸਾਡਾ ਧਿਆਨ ਉੱਥੇ ਮਾਤਾ ਜੀ ਲੱਗਿਆ ਰਹਿੰਦਾ। ਇਸ ਕਰਕੇ ਅਸੀਂ ਤੁਹਾਡੇ ਨਾਲ ਬਹੁਤਾ ਬੋਲਦੇ ਨਹੀਂ, ਕਿਉਂਕਿ ਅੰਦਰ ਸਾਡਾ ਜਿਹੜਾ ਭਵਿੱਖ ਦੇ ਵਿੱਚ ਖਿਆਲ ਹੁੰਦਾ ਹੈ ਵੀ ਭਵਿੱਖ ਦੇ ਵਿੱਚ ਜਿਹੜੇ ਕੋਈ ਕੌਤਕ ਕਰਨੇ ਹਨ ਉਹ ਕਿਵੇਂ ਕਰਨੇ ਹਨ। ਕੁਛ ਨਹੀਂ ਬਤਾਉ। ਤੇ ਬਾਕੀ ਇਹ ਤੋਂ ਅਲੱਗਾ ਜੇ ਤੁਸੀਂ ਹੋਰ ਕੋਈ ਗੱਲ ਪੁੱਛੋ ਨਾ ਵੀ ਤੁਸੀਂ ਭਵਿੱਖ ਦੇ ਵਿੱਚ ਕਿਹੜੀ ਗੱਲ ਹੋਣੀ ਹੈ ਜਿਹਦੇ ਬਾਰੇ ਮਹਾਰਾਜ ਜੀ ਸੋਚਦੇ ਹੋ, ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਮਾਤਾ ਜੀ ਜਿੰਨੀ ਕੁ ਤੁਸੀਂ ਜਾਣ ਸਕਦੇ ਹੋ, ਮੈਂ ਇੰਨੀ ਗੱਲ ਵੀ ਕਿਸੇ ਨੂੰ ਨਹੀਂ ਸੀ ਦੱਸਣੀ, ਪਰ ਤੁਸੀਂ ਮੇਰੇ ਮਾਤਾ ਜੀ ਹੋ, ਤੁਹਾਡਾ ਉਪਕਾਰ ਹੈ। ਤੁਹਾਡੀ ਕੁੱਖ ਦੇ ਵਿੱਚ 9 ਮਹੀਨੇ ਸਾਡਾ ਸਰੀਰ ਬਣਿਆ ਹੈ। ਭਾਵੇਂ ਜੋਤ ਤਾਂ ਧਰੋਂ ਆਈ ਹੈ ਪਰ ਸਰੀਰ ਤਾਂ ਤੁਹਾਡੀ ਕੁੱਖ ਵਿੱਚ ਹੀ ਬਣਿਆ ਹੈ ਨਾ, ਜਿਹੜਾ ਜਾਮਾ ਧਾਰ ਕੇ ਅਸੀਂ ਸੰਸਾਰ ਦਾ ਭਲਾ ਕਰਨਾ। ਜਿਸ ਕਰਕੇ ਤੁਹਾਨੂੰ ਇਹ ਬਚਨ ਦੱਸ ਦਿੱਤਾ ਹੈ। ਇਸ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਨਹੀਂ ਦੱਸੂਗਾ, ਕਿਉਂਕਿ ਅਕਾਲ ਵਰਜਿਓ ਸਦਾ ਛਪਾਉ। ਪਰਮੇਸ਼ਰ ਵੱਲੋਂ ਸਾਨੂੰ ਹੁਕਮ ਹੈ ਵੀ ਇਹ ਜਿਹੜਾ ਭਵਿੱਖ ਦਾ ਬਚਨ ਇਹਨੂੰ ਛਪਾ ਕੇ ਰੱਖਾਂ।
ਜੇ ਅਸੀਂ ਦੱਸਾਂਗੇ ਤਾਂ ਤੁਹਾਡੇ ਕੋਲ ਸਹਾਰਿਆ ਨਹੀਂ ਜਾਵੇਗਾ। ਗੁਰ ਮਾਇਆ ਕੁਛ ਜਾਏ ਨ ਜਾਣਾ। ਗੁਰ ਮਾਇਆ ਕੁਛ ਜਾਏ ਨਾ ਜਾਣਾ। ਗੁਰੂ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੀ ਜਿਹੜੀ ਮਾਇਆ ਹੈ ਮਾਤਾ ਜੀ, ਉਹਦੇ ਬਾਰੇ ਕੋਈ ਪੂਰਾ ਜਾਣ ਨਹੀਂ ਸਕਦਾ। ਮਾਇਆ ਤਿਆਗ ਪਇਓ ਮਸਤਾਨਾ। ਅਸੀਂ ਤਾਂ ਮਾਇਆ ਦੇ ਤਿਆਗ ਕੇ ਮਸਤਾਨੇ ਦਾ ਭਾਵ ਹੁੰਦਾ ਵੀ ਪਰਮੇਸ਼ਰ ਦੇ ਵਿੱਚ ਹੀ ਲੀਨ ਹੋਏ ਆ। ਦੁਨੀਆ ਦੀਆਂ ਗੱਲਾਂ ਸਾਨੂੰ ਭਾਉਂਦੀਆਂ ਨੇ। ਬਦਿਓ ਬੈਰ ਰਾਜਨ ਕੇ ਸੰਗ। ਤੇ ਇਧਰ ਵੇਖੋ ਰਾਜਿਆਂ ਨਾਲ ਪਹਾੜੀਆਂ ਨਾਲ ਸਾਡਾ ਵੈਰ ਵਿਰੋਧ ਬਣਿਆ। ਉਹ ਸਾਡੇ ਨਾਲ ਵੈਰ ਵਿਰੋਧ ਕਰਦੇ। ਅਸੀਂ ਧਰਮ ਦੀ ਗੱਲ ਕਰਦੇ ਆ, ਉਹ ਪਾਪ ਵਧਾਉਣਾ ਚਾਹੁੰਦੇ ਨੇ। ਮਰੈ ਸਿੰਘ ਮਨ ਭਾਵਤ ਜਲ। ਸਮਾਂ ਆਵੇਗਾ, ਪਹਿਲਾਂ ਵੀ ਜੰਗ ਹੋਏ ਨੇ, ਆਉਣ ਵਾਲੇ ਸਮੇਂ 'ਚ ਵੀ ਸਾਡੇ ਸਿੰਘ ਮਨ ਭਾਉਂਦੇ ਜੰਗ ਜੁੱਧ ਕਰਨਗੇ। ਇਹ ਤਕ ਦਿਨ ਮੈਂ ਕੇਸ਼ਵ ਦਾਸ। ਤੇ ਫਿਰ ਮਾਤਾ ਜੀ ਕਹਿੰਦੇ ਮਹਾਰਾਜ ਉਹ ਕੇਸ਼ਵ ਦਾਸ ਫਿਰ ਆਇਆ ਤੇ ਹੈਗਾ ਸੀ, ਫਿਰ ਕੀ ਗੱਲ ਹੋਈ? ਸਾਹਿਬ ਕਹਿੰਦੇ ਵੀ ਉਹ ਕੇਸ਼ਵ ਦਾਸ ਨਾ ਕਈ ਦਿਨਾਂ ਦੇ ਬਾਅਦ, ਪਹਿਲਾਂ ਤਾਂ ਮੂੰਹ ਹੀ ਨਹੀਂ ਵਿਖਾਇਆ, ਕਈ ਦਿਨ ਉਹਨੇ ਸ਼ਰਮ ਦੇ ਮਾਰੇ ਨੇ। ਮੁਸ਼ਕਿਲ ਲਾਜ ਆਇਓ ਹਮ ਪਾਸ। ਕਹਿੰਦੇ ਵੀ ਥੋੜੀ ਜੀ ਸ਼ਰਮ ਜੀ ਕਰਦਾ ਹੋਇਆ ਤੇ ਸਾਡੇ ਕੋਲ ਆਇਆ। ਆਇਓ ਤਿਸੈ ਤੁਮ ਕਰਨਾ ਪਾਏ। ਤੇ ਮਾਤਾ ਜੀ ਅਸੀਂ ਉਹਨੂੰ ਕਿਹਾ ਵੀ ਪੰਡਤ ਤੇਰੀ ਬਹੁਤੀ ਕਿਰਪਾ ਹੋਈ। ਕਹਿੰਦੇ ਤੂੰ ਤਾਂ ਸਾਨੂੰ ਚੰਡੀ ਦੇ ਦਰਸ਼ਨ ਕਰਾ ਹੀ ਦਿੱਤੇ। ਫੇਰ ਮੰਤਰ ਵੇਦ ਦਈ ਸਿਖਾਏ। ਜਿਵੇਂ ਤੂੰ ਕਿਹਾ ਸੀ ਅਸੀਂ ਤਾਂ ਵੇਖ ਉਸੇ ਤਰ੍ਹਾਂ ਕੀਤਾ। ਕਹਿਣ ਦਾ ਭਾਵ ਇਹ ਸੀ ਵੀ ਤੂੰ ਚੰਗੀ ਦੇਵੀ ਪ੍ਰਗਟ ਕੀਤੀ ਆ ਵੀ ਸਾਲ ਇੱਕ ਕਹਿੰਦੇ ਸਾਡਾ ਖਰਾਬ ਕਰਕੇ ਤੂੰ ਨੱਸ ਗਿਆ। ਭਾਈ ਬਿਦਤ ਬਾਸ਼ਤ ਬਰ ਦਇਓ। ਭਾਈ ਬਿਦਤ ਬਾਸ਼ਤ ਬਰ ਦਇਓ। ਕਾਰਜ ਸਕਲ ਸੰਪੂਰਨ ਪਇਓ। ਸਾਹਿਬ ਕਹਿੰਦੇ ਵੀ ਸਾਡੇ ਤਾਂ ਕਾਰਜ ਸੰਪੂਰਨ ਹੋ ਹੀ ਗਏ ਨੇ, ਪਰ ਤੇਰਾ ਤਾਂ ਕੇਸ਼ਵ ਦਾਸ ਪਾਜ ਉਗੜ ਆਇਆ ਨਾ, ਤੂੰ ਲੋਕਾਂ ਨੂੰ ਠੱਗਦਾ ਰਿਹਾ। ਕਹਿੰਦੇ ਹੁਣ ਤੈਨੂੰ ਗਿਣ ਕੇ ਦਿੰਨੇ ਆ 1.25 ਲੱਖ। ਤੂੰ ਕਹਿੰਦਾ ਸੀ ਨਾ 1.25 ਲੱਖ ਦੇਣਾ ਲੈਣਾ ਏ। ਸਾਹਿਬ ਕਹਿੰਦੇ ਕੋਈ ਨਹੀਂ, ਹੁਣ ਗਿਣ ਕੇ ਦਵਾਂਗੇ 1-1 ਰੁਪਈਆ। ਤੇ ਮਾਤਾ ਜੀ ਜਦੋਂ ਉਹਨੂੰ ਏਦਾਂ ਅਸੀਂ ਕਿਹਾ ਨਾ ਤੇ ਕੇਸ਼ਵ ਦਾਸ ਬ੍ਰਾਹਮਣ ਡਰ ਗਿਆ ਤੇ ਹੱਥ ਜੋੜਨ ਲੱਗ ਪਿਆ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ ਦਿਓ। ਅਸੀਂ ਇਦਾਂ ਹੀ ਲੋਕਾਂ ਦੇ ਕੋਲੋਂ ਮਾਇਆ ਮੋਇਆ ਜੀ ਇਕੱਠੀ ਕਰਦੇ ਆ। ਉਹਦਾ ਮਾਤਾ ਜੀ ਫਿਰ ਦੁੱਖ ਜਿਹਾ ਸੁਣ ਕੇ ਅਸੀਂ ਉਹਨੂੰ ਆਪਣੇ ਨਾਲ ਮੇਲ ਲਿਆ, ਉਹਦੀ ਗਲਤੀ ਮਾਫ ਕਰ ਦਿੱਤੇ। ਤੇ ਉਹਨੇ ਸਾਨੂੰ ਬੇਨਤੀ ਕੀਤੀ ਵੀ ਹੇ ਮਹਾਰਾਜ ਆਪਣੇ ਚਰਨਾਂ ਵਿੱਚ ਰੱਖਿਓ। ਤੇ ਅਸੀਂ ਵੀ ਉਹਨੂੰ ਕਹਿ ਦਿੱਤਾ ਵੀ ਜੇ ਤੇਰੀ ਇਹ ਭਾਵਨਾ ਹੈ ਤਾਂ ਤੈਨੂੰ ਆਪਣਾ ਬਣਾ ਕੇ ਰੱਖਾਂਗੇ। ਵੀ ਜਿੱਥੇ ਸਾਡਾ ਖਾਲਸਾ ਪੰਥ ਹੋਵੇਗਾ। ਇਹਨੇ ਇਹ ਗੱਲ ਕੀਤੀ ਸੀ ਕੇਸ਼ਵ ਦਾਸ ਨੇ, ਪਿੱਛੇ ਕਥਾ ਖੁੱਲ ਕੇ ਆਈ ਵੀ ਮਹਾਰਾਜ ਤੁਹਾਡੇ ਖਾਲਸੇ ਦਾ ਤੇਜ ਪ੍ਰਤਾਪ ਬੜਾ ਵਧਣਾ ਹੈ ਤੇ ਜਦੋਂ ਖਾਲਸਾ ਪੰਥ ਵਧੇਗਾ ਮੇਰੀ ਇੱਛਾ ਵੀ ਮੈਂ ਵੀ ਹੁਣ ਸਿੱਖਾਂ ਦੇ ਘਰ ਜਨਮ ਲੈ ਕੇ ਆਵਾਂ। ਪਖੰਡ ਪਖੂੰਡ ਬਥੇਰੇ ਕਰ ਲਏ ਆ, ਸਿੱਖ ਬਣਾ ਤੁਹਾਡਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੂੰ ਸਾਡੇ ਸਿੱਖਾਂ ਦੇ, ਤੂੰ ਸਾਡੇ ਪੰਥ ਵਿੱਚ ਆਵੇਂਗਾ। ਇਸ ਤਰ੍ਹਾਂ ਮਾਤਾ ਜੀ ਉਹਨੂੰ ਅਸੀਂ ਆਪਣਾ ਬਣਾ ਲਿਆ, ਉਹਦੀ ਗਲਤੀ ਮਾਫ ਕਰਕੇ। ਕਿਉਂਕਿ ਬ੍ਰਾਹਮਣ ਬੜਾ ਰੋਇਆ ਸੀ ਜਦੋਂ ਉਹਨੂੰ ਮਹਾਰਾਜ ਨੇ ਜੱਗ ਵਿੱਚ ਨਹੀਂ ਸੀ ਨਾ ਸੱਦਿਆ। ਦਿਓ ਮਿਸਰ ਜੂ ਰੋਏ, ਕਲਗੀਧਰ ਦਾ ਉਹ ਸ਼ਬਦ ਵੀ ਆਪਾਂ ਸੁਣਿਆ। ਖੋਜ ਰੋਜ਼ ਕੇ ਹੇਤ ਲੱਗ। ਜਦੋਂ ਬ੍ਰਾਹਮਣ ਨੇ ਵੇਖਿਆ ਸਾਡੀ ਤਾਂ ਰੋਜੀ ਚਲੇਗੀ, ਵੀ ਬ੍ਰਾਹਮਣਾਂ ਨੂੰ ਪਹਿਲਾਂ ਜੱਗ ਵਿੱਚ ਭਾਉਂਦੇ ਸਨ, ਮਹਾਰਾਜ ਨੇ ਸਿੱਖਾਂ ਨੂੰ ਬਾਤਾ ਦਿਓ ਮਿਸਰ ਜੂ ਰੋਏ। ਤੇ ਬ੍ਰਾਹਮਣ ਧਾਹਾਂ ਮਾਰ ਕੇ ਰੋਇਆ ਸੀ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਹੁਣ ਤੇ ਅਪਰਾਧ ਨਹੀਂ ਹੈ ਸਾਡਾ ਕੋਈ ਇਹਦੇ ਵਿੱਚ। ਤੂੰ ਬ੍ਰਾਹਮਣਾ ਸਾਡੀ ਯਾਦ ਵਿੱਚੋਂ ਭੁੱਲ ਗਿਆ, ਹੁਣ ਤਾਂ ਸਾਨੂੰ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਅਸੀਂ ਤਾਂ ਇਹ ਖਾਲਸੇ ਨਾਲ ਸਿੱਖਾਂ ਦੀ ਕਿਰਪਾ ਨਾਲ ਹੀ ਸਜੇ ਫੱਬੇ ਆ। ਇਸ ਕਰਕੇ ਦਾਨ ਦਿਓ ਇਨਹੀ ਕੋ ਭਲੋ ਅਰਿਆਨ ਕੋ ਦਾਨ ਨਾ ਲਾਗਤ ਨੀਕੋ। ਕਹਿੰਦੇ ਇਹਨਾਂ ਨੂੰ ਦਾਨ ਦੇਣਾ ਹੀ ਸਾਨੂੰ ਚੰਗਾ ਲੱਗਦਾ। ਉਹ ਵਚਨ ਕਲਗੀਧਰ ਸਾਹਿਬ ਨੇ ਉਦੋਂ ਕਹੇ ਸਨ। ਤੇ ਮਾਤਾ ਗੁਜਰੀ ਜੀ ਨੂੰ ਇਹ ਸਾਰੀ ਗੱਲ ਦੱਸ ਦਿੱਤੀ ਵੀ ਬ੍ਰਾਹਮਣ ਨੇ ਪਖੰਡ ਤਾਂ ਮਾਤਾ ਜੀ ਕੀਤਾ ਸੀ ਤੇ ਅਸਲੀ ਸ਼ਕਤੀ ਵੀ ਪਰਮੇਸ਼ਰ ਦੀ ਪ੍ਰਗਟ ਹੋਈ, ਪੰਥ ਦੀ ਚੜ੍ਹਦੀ ਕਲਾ ਦੇ ਬਚਨ ਵੀ ਹੋਏ। ਬ੍ਰਾਹਮਣ ਕਈ ਦਿਨਾਂ ਬਾਅਦ ਆਇਆ, ਜਦੋਂ ਉਹਨੇ ਆਪਣੀ ਗਲਤੀ ਮੰਨੀ, ਉਹਨੇ ਕਿਹਾ ਵੀ ਮੈਨੂੰ ਆਪਣੇ ਘਰ ਵਿੱਚ ਸਿੱਖੀ ਵਿੱਚ ਨਿਵਾਸ ਦਿਓ। ਤਾਂ ਫਿਰ ਮਾਤਾ ਜੀ ਉਹਨੂੰ ਅਸੀਂ ਕਿਹਾ ਵੀ ਤੈਨੂੰ ਅਸੀਂ ਆਪਣੇ ਚਰਨਾਂ ਦੇ ਨਾਲ ਲਾ ਲਵਾਂਗੇ। ਉਹ ਰੋਂਦੇ ਹੋਏ ਨੂੰ ਚੁੱਪ ਕਰਾਇਆ। ਹਾਂ, ਇਸ ਤਰ੍ਹਾਂ ਮੋਏ ਬਲਾਕ ਸਾਜ ਤੁਮ ਭਾਖਾ।
ਉਹਨੇ ਕਿਹਾ ਸੀ ਮਹਾਰਾਜ ਤੁਸੀਂ ਬਿਲਕੁਲ ਸੱਚ ਵਚਨ ਕਿਹਾ ਏ, ਜੋ ਮੈਂ ਕੀਤਾ ਸਭ ਝੂਠ ਛਲ ਫਰੇਬ ਕੀਤਾ ਏ। और विपर जैसे मिल गिना हाँ तो इस प्रकार माता जी बहुर विप्र जैसे मिल गिना गयो कहूँ किन सुना ना गना। वो ब्राह्मण फिर पता नहीं किथे चला गया, ना ਉਹਦੇ ਬਾਰੇ ਅਸੀਂ ਕੁਝ ਸੁਣਿਆ, ਨਾ ਕਹਿੰਦੇ ਵੀ ਉਹਦੇ ਬਾਰੇ ਅਸੀਂ ਕੁਝ ਵੇਖਿਆ। उस संदेह नहीं मन रात ਇਸ ਕਰਕੇ ਮਾਤਾ ਜੀ ਇਹ ਤਾਂ ਤੁਹਾਨੂੰ ਜਿਹੜੀ ਆ ਨਾ ਜਨਨੀ ਸੁਨ ਜਨਨੀ ਹੋਈ ਬਿਦ ਜੈਸੀ ਵਰਣਨ ਕਰੀ ਤੋਹੇ ਸੰਗਤ ਐਸੀ। ਵੀ ਇਹ ਮਾਤਾ ਜੀ ਜਿਹੜੀ ਗੱਲ ਅਸਲੀ ਹੋਈ ਆ ਵੀ ਕੋਈ ਆ ਦੇਵੀ ਦੂਵੀ ਬਾਹਮਣ ਨੇ ਨਹੀਂ ਪ੍ਰਗਟ ਕੀਤੀ, ਇਹ ਤਾਂ ਭੱਜ ਗਿਆ। ਉਹ ਲੋਕਾਂ ਨੇ ਉਹੀ ਆਪਣਾ ਹਿਸਾਬ ਲਾ ਲਿਆ ਵੀ ਅੱਗ ਬਲ ਗਈ ਤੇ ਦੇਵੀ ਪ੍ਰਗਟ ਹੋ ਗਈ। ਇਦਾਂ ਵੀ ਚੰਡੀਆਂ ਕਿਸੇ ਨੂੰ ਦਿਖਦੀਆਂ ਹੁੰਦੀਆਂ। ਸਾਹਿਬ ਕਹਿੰਦੇ ਉਹਨਾਂ ਦਾ ਪਖੰਡ ਸੀ, ਪਰ ਹਾਂ ਅਸੀਂ ਵਾਹਿਗੁਰੂ ਦਾ ਆਰਾਧਨ ਕਰਕੇ ਪਰਮੇਸ਼ਰ ਦੇ ਕੋਲੋਂ ਵਰ ਲਿਆ। ਇਹ ਬਿਲਕੁਲ ਮਾਤਾ ਜੀ ਜਿਵੇਂ ਹੋਇਆ ਤੁਹਾਨੂੰ ਦੱਸਿਆ ਏ। ਪ੍ਰਗਟ ਪੰਥ ਬੈਦ ਅਬਲਾਖੋ ਆ ਮਾਤਾ ਜੀ ਸਾਰਾ ਤੁਹਾਨੂੰ ਉਸੇ ਤਰ੍ਹਾਂ ਵਰਣਨ ਕਰ ਦਿੱਤਾ ਹੈ, ਉਸੇ ਤਰ੍ਹਾਂ ਕਹਿ ਦਿੱਤਾ ਏ। ਪ੍ਰਗਟ ਹੈ ਪੰਥ ਮਹਿ ਦੇ ਭਲਾਖੋ। ਅਸਲ ਮਹਾਰਾਜ ਕਹਿੰਦੇ ਸਾਡੇ ਮਨ ਦੀ ਭਾਵਨਾ ਏ ਵੀ ਸਾਡਾ ਖਾਲਸਾ ਪੰਥ ਪ੍ਰਗਟ ਹੋਵੇ। ਸ੍ਰੀ ਗੁਜਰੀ ਕੇ ਸੁਤ ਬੈਨ ਸ੍ਰੀ ਗੁਜਰੀ ਸੁਣ ਕੈ ਸੁਤ ਬੈਨ। ਮਾਤਾ ਗੁਜਰੀ ਜੀ ਨੇ ਕਲਗੀਧਰ ਸਾਹਿਬ ਜੀ ਦੇ ਕੋਲੋਂ ਇਹ ਬਚਨ ਸੁਣੇ। ਚਲ ਮਨ ਕਰ ਗਮਨੀ ਹੈ। ਆਪਣੇ ਮਨ ਨੂੰ ਐਨ ਅੜੋਲ ਕਰਕੇ ਕਹਿੰਦੇ ਵੀ ਉਸ ਵੇਲੇ ਫਿਰ ਮਾਤਾ ਜੀ ਘਰ ਨੂੰ ਚਲੇ ਗਏ। ਜਿਹੜੀਆਂ ਕਈ ਚਿੰਤਾ ਸੀ ਮਹਾਰਾਜ ਨੂੰ ਕਹਿ ਦਿੱਤਾ। ਮਹਾਰਾਜ ਕਈ ਕਹਿੰਦੇ ਦੇਵੀ ਪ੍ਰਗਟੀ ਪੁੱਠੀ ਪੈ ਗਈ, ਕੋਈ ਕਹਿੰਦੇ ਕੰਮ ਅੱਧਾ ਛੱਡਣ ਕਰਕੇ ਪੁੱਠਾ ਪੈ ਗਿਆ, ਕੋਈ ਕਹਿੰਦਾ ਬਾਹਮਣ ਭੱਜ ਗਿਆ ਤਾਂ ਪੁੱਠਾ ਪੈ ਗਿਆ। ਸਾਹਿਬ ਕਹਿੰਦੇ ਵੀ ਇਹ ਕੋਈ ਦੇਵੀ ਦੂਵੀ ਨਹੀਂ ਇਹਨਾਂ ਬਾਹਮਣਾਂ ਦੀ, ਇਹ ਤਾਂ ਸਾਰੇ ਉੱਥੋਂ ਪਖੰਡ ਕਰਕੇ ਭੱਜ ਆਇਆ ਕੇਸ਼ਵਦਾਸ। ਅਸਲ ਵਿੱਚ ਜ਼ਰੂਰ ਮਾਤਾ ਜੀ ਪਰਮੇਸ਼ਰ ਕੋਲੋਂ ਸਾਨੂੰ ਵਰ ਮਿਲਿਆ ਏ, ਖਾਲਸਾ ਪੰਥ ਸਾਡਾ ਪ੍ਰਗਟੇਗਾ। ਪੰਥ ਦੇ ਸਹਾਈ ਵਾਹਿਗੁਰੂ ਆਪ ਹੋਣਗੇ। ਕਈ ਗੁੱਝੀਆਂ ਗੱਲਾਂ ਹੋਰ ਨੇ ਤੁਹਾਨੂੰ ਦੱਸ ਨਹੀਂ ਸਕਦੇ। ਇਹ ਸੁਣ ਕੇ ਮਾਤਾ ਜੀ ਨੂੰ ਧੀਰਜ ਆਈ। ਮਹਾਰਾਜ ਕੋ ਸੁਣ ਕੇ ਮਾਤਾ ਜੀ ਆਪਣੇ ਘਰੇ ਗਏ ਹਨ। ਇਸ ਪ੍ਰਕਾਰ ਦੇ ਮਹਾਰਾਜ ਸਾਹਿਬ ਜੀ ਦੇ ਕੌਤਕ ਨੇ, ਹੋਰ ਵੀ ਅਨੇਕਾਂ ਹੀ ਕੌਤਕ ਕਰ ਰਹੇ ਹਨ। ਚਿੱਟੀਆਂ ਬਾਜਾਂ ਵਾਲੇ ਪਾਤਸ਼ਾਹ ਦੀ ਕਥਾ ਬੜੀ ਅਗਾਧ ਬਹੁਤ ਡੂੰਘੀਆਂ ਰਮਜਾਂ ਨੇ ਮਹਾਰਾਜ ਦੀਆਂ। ਕਈ ਵਾਰ ਆਪਣੇ ਕੋਲੋਂ ਚੰਗੀ ਤਰ੍ਹਾਂ ਕਈਆਂ ਨਹੀਂ ਜਾਂਦੀਆਂ, ਸੁਣਨ ਵਾਲੇ ਦੀ ਕਈ ਵਾਰ ਸਮਝ ਨਹੀਂ ਆਉਂਦੀਆਂ। ਪਰ ਸਤਿਗੁਰੂ ਸਾਹਿਬ ਦੀ ਮਹਿਮਾ ਅਗਾਧ ਬਹੁਤ ਹੈ। ਗੁਰੂ ਦੀਆਂ ਗੁਰੂ ਜਾਣੇ ਸਤਿਗੁਰੂ ਦੇ ਪਾਵਨ ਇਤਿਹਾਸ ਦੀਆਂ ਵਿਚਾਰਾਂ ਕਰਦੇ ਹਾਂ। ਅਨੇਕਾਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਜ਼ਰੂਰੀ ਬੇਨਤੀ ਹੈ 6 ਹਾੜ 20 ਜੂਨ ਦਿਨ ਐਤਵਾਰ ਤਰਨੇ ਦਲ ਦੇ 12ਵੇਂ ਜਥੇਦਾਰ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਸਿੰਘ ਸਾਹਿਬਾਨ ਰਾਗੀ ਢਾਡੀ ਕਵੀਸ਼ਰ ਪਹੁੰਚ ਰਹੇ ਨੇ। ਮੌਜੂਦਾ ਜਥੇਦਾਰ ਬਾਬਾ ਗੱਜਣ ਸਿੰਘ ਸਾਹਿਬ ਜੀ ਵੱਲੋਂ ਇਹ ਸੰਗਤਾਂ ਲਈ ਸੁਨੇਹਾ ਲਾਇਆ ਗਿਆ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਚੜ ਕੇ ਆਪ ਜੀ ਨੇ ਇਹਨਾਂ ਮਹਾਂਪੁਰਖਾਂ ਦੇ ਸਾਲਾਨਾ ਜੋੜ ਮੇਲਿਆਂ ਵਿੱਚ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾਵਾਂ ਕਰਕੇ ਲਾਹਾ ਪ੍ਰਾਪਤ ਕਰਨਾ। 6 ਹਾੜ 20 ਜੂਨ ਦਿਨ ਐਤਵਾਰ ਨੂੰ ਇਹ ਸਮਾਗਮਾਂ 'ਚ ਹਾਜ਼ਰੀਆਂ ਭਰਨੀਆਂ। ਸ੍ਰੀ ਗੁਜਰੀ ਸੁਨ ਕੈ ਸੁਤ ਬੈਨ ਨਿਸਚਲ ਮਨ ਕਰ ਗਮਨੀ ਐਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ